जी। ठिकर फोर दिली सिर, प्रभ पुर कियो पया। तेग बहादुर सी क्रिया, करी ना किन्हू आन। तेग बहादुर के चलत, भयो जगत को शोक। है सब जग भयो, जय 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 सुरलोक। परम सम्मान सत्कार योग परम पूजिए सत्संग जी, हफ्तावारी दीवान दियां हाजरियां भरनियां, पंथ प्रसिद्ध गुरु के कीर्तन जो बहुत ही प्रेम नाल शरदा नाल सतगुणां दे बचनां नूं भावना नाल गांदे। गुरबाणी दा शब्द कीर्तन आप जी ने सरवण किया। उपरंत हुक्म होया चंद को मिनटां लई अज शहीदां दे सिरताज धन धन श्री गुरु तेग बहादुर साहब सच्चे पातशाह दी शहादत दा पुरब है। नाल नाल उन्हां दे तीन प्यारे परम गुर सिख भाई मती दास जी, भाई सती दास जी, भाई दयाला जी दी भी शहादत दा पुरब। मैं यतन करांगा कि इन्हां मिनटां विच आप नाल कुछ इतिहासक जो गाथा विचार है गुरमत अनुसार बयान करन दा यतन कर, क्योंकि जदों अपनी मत इस्तेमाल करिए तो उहदे विच भ्रम होएगा, बहुत भ्रम होणगे। गुरमत अनुसार करांगे तो गुरमत विच भ्रम लई कोई जगह है ही नहीं, केवल सत्य जो सच। धन श्री गुरु तेग बहादुर साहब सच्चे पातशाह आनंदपुर साहब की धरती ते विराजमान। मैं इत्थों शुरू करना, खास करके औरंगे ने एक नवेकला ऐलान कर दिता। वो ये सी कि मैं दो तो दुनिया एक कर दिया, दो तो। उन्हें तीजी की गल नहीं की। तीजा गुरु नानक दा पंथ अजे प्रगट हो चुका है जदों ऐलान किया, पर तीजे की गल उन्हें कोई नहीं की। साहित्यकार यही कहते जिन्ने सनातनी हिंदू लोग ने इन्हों मैं जबरदस्ती की करना इस्लाम विच लिया और एक काज उन्हें आरंभ कर दिता। शुरुआत कश्मीर तो की। उत्थे दा सूबा जिहड़ा है ना अफगान खान, उन्हें बहुत ज़्यादा लोगों ते तशद्दद करके उन्होंने दे ईमान विचों इस्लाम विच लिया। आखिर कुछ बेपरसन होना जाके इल्तजा की है कि सानू कुछ समा ते दो सोचण दा। समा मिल गया 6 महीने। फिर हुण ये दरां दरां ते जाके भी साडी इमदाद कौन करे, सहायता कौन करे। आखिर किसे दसिया भी इस युग दे विच कोई सहाय हो सकता तो कोई है गुरु नानक दा घर, जिस घर दा ते वसब ही है प्यारिओ। सारे बोलो नानक नाम चढ़दी कला तेरे भाने।
ਇੱਕੋ ਇੱਕ ਘਰ ਹੈ ਜਿੱਥੇ ਸਰਬੱਤ ਦਾ ਭਲਾ ਮੰਗਿਆ ਵੀ ਜਾਂਦਾ ਹੈ ਤੇ ਸਰਬੱਤ ਦਾ ਭਲਾ ਕੀਤਾ ਵੀ ਜਾਂਦਾ ਹੈ। ਅੱਜ ਅਸੀਂ ਮੰਗਦੇ ਆ, ਕਰਦੇ ਕੋਈ ਨਹੀਂ। ਮਾਫ ਕਰਨਾ, ਮੈਨੂੰ ਮੰਗਣਾ ਹੋਰ ਗੱਲ ਹੁੰਦੀ ਹੈ ਤੇ ਕਰਨਾ ਅਲੱਗ ਗੱਲ ਹੈ। ਅੱਜ ਮੰਗਦੇ ਜ਼ਰੂਰ ਅਸੀਂ, ਸ਼ਾਇਦ ਕਰਦੇ ਨਹੀਂ। ਚਾਹੀਦਾ ਕਰਨਾ। ਕਿਸੇ ਨੇ ਅੱਛੀ ਸੀਖ ਦਿੱਤੀ ਭਈ ਇੱਕੋ ਇੱਕ ਘਰ ਹੈ ਇਸ ਧਰਤੀ ਤੇ, ਉਹ ਹੈ ਗੁਰੂ ਨਾਨਕ ਦਾ ਘਰ। ਉਹਨਾਂ ਪਤਾ ਕੀ, ਇਹਨਾਂ ਦਾ ਮੁਖੀ ਸੀ ਬੜਾ ਚਤੁਰ ਬ੍ਰਾਹਮਣ ਪੰਡਿਤ। ਉਹਨੇ ਜਦ ਪਤਾ ਕੀਤਾ ਕਿ ਗੁਰੂ ਨਾਨਕ ਦੇ ਤਖਤ ਤੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਤੇ ਕਿਰਪਾ ਰਾਮ ਉਹਦਾ ਨਾਮ ਸੀ ਪੰਡਤ ਦਾ, ਸਾਥੀਆਂ ਨੂੰ ਕਹਿਣ ਲੱਗਾ ਵੀ ਚਲੋ ਚਲੀਏ। ਇਹ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਕਸ਼ਮੀਰ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ ਤੇ ਆਨੰਦਪੁਰ ਸਾਹਿਬ ਆ ਗਏ। ਆਪਣਾ ਮਸਲਾ ਰੱਖਿਆ, ਬੜੇ ਢੰਗ ਨਾਲ ਕਿਰਪਾ ਰਾਮ ਕਹਿ ਰਿਹਾ ਕਿ ਤੁਹਾਡੇ ਤੋਂ ਬਿਨਾਂ ਸਾਡੀ ਬਾਂਹ ਫੜਨ ਵਾਲਾ ਇਸ ਦੁਨੀਆ ਤੇ ਹੋਰ ਕੋਈ ਵੀ। ਵੈਸੇ ਗੁਰੂ ਨਾਨਕ ਦੇ ਘਰ ਜਦੋਂ ਵੀ ਆਈਏ, ਮੈਂ ਬੜੀ ਨਿਮਰਤਾ ਨਾਲ ਸੰਗਤਾਂ ਨੂੰ ਬੇਨਤੀ ਕਰਦਾ, ਇਹ ਭਾਵਨਾ ਰੱਖ ਕੇ ਆਉਣਾ ਚਾਹੀਦੇ, ਸਤਿਗੁਰੂ ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ, ਮੈਨੂੰ ਕੋਈ ਆਸਰਾ ਨਹੀਂ। ਆਨ ਤਿਆਗ ਭਏ ਇੱਕ ਆਸਰ, ਸਾਰੇ ਹੀ ਛੱਡ ਆਏ। ਆਸਰੇ ਹੈਗੇ ਪਰ ਛੱਡ ਆਏ, ਮੈਨੂੰ ਤੇਰਾ ਆਸਰਾ। ਇਹਨੂੰ ਕਹਿੰਦੇ ਨੇ ਸ਼ਰਨ ਆਉਣਾ। ਜਦ ਕਿਰਪਾ ਰਾਮ ਨੇ ਬੇਨਤੀ ਕੀਤੀ ਤੇ ਸਤਿਗੁਰਾਂ ਨੇ ਸੁਣੀ ਤੇ ਸੁਣ ਕੇ ਵਿਸ਼ਵਾਸ ਦਿਲਾਇਆ ਕਿ ਮੈਂ ਅੱਜ ਤੋਂ ਤੁਹਾਡੀ ਬਾਂਹ, ਬੋਲੋ ਸਾਧ ਸੰਗਤ ਜੀ, ਫੜਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤਾ ਕਿ ਅੱਜ ਤੋਂ ਬਾਅਦ ਤੁਹਾਡੀ ਬਾਂਹ ਮੈਂ ਫੜਾ। ਤਾਂ ਹੀ ਕਲਗੀਧਰ ਪਿਤਾ ਨੇ ਬਾਅਦ ਵਿੱਚ ਬਚਨ ਉਚਾਰਨ ਕੀਤੇ ਨੇ, ਬਾਂਹ ਪਕੜੀ ਤੇ ਅੱਜ ਦੇ ਦਿਨ ਸੀਸ ਦੇ ਦਿੱਤਾ ਪਰ ਬਾਂਹ ਨਹੀਂ ਛੱਡੀ। ਬਾਂਹ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ, ਬਾਂਹ ਨਾ ਛੋੜੀ ਹੈ। ਇਹੀ ਸਿਰਰ ਹੈ, ਇਹਨੂੰ ਸਿਰਰ ਕਹਿੰਦੇ ਨੇ। ਬਚਨ ਕਰਨਾ ਤੇ ਖਿਸਕ ਜਾਣਾ ਉਹ ਸਿਰਰ ਨਹੀਂ ਹੁੰਦਾ। ਬਾਣੀ ਉਹਦੇ ਲਈ ਕੁਝ ਹੋਰ ਹੀ ਕਹਿੰਦੀ, ਬਚਨ ਕਰੇ ਤੇ ਖਿਸਕ ਜਾਏ, ਬੋਲੇ ਸਭ ਕੱਚਾ। ਐਸਾ ਬੰਦਾ ਇਹੋ ਜਿਹਾ ਕਿ ਅੰਦਰੋਂ ਥੋਥਾ ਕੂੜਿਆਰ, ਕੂੜੀ ਸਭ ਖੱਚਾ। ਖੱਚ ਦਾ ਮਤਲਬ ਹੁੰਦਾ ਐਵੇਂ ਫਜ਼ੂਲ ਦੀਆਂ ਗੱਲਾਂ ਬਕਣ ਵਾਲਾ, ਫਾਲਤੂ ਖੱਚ ਮਾਰਦਾ, ਸਿਆਣੇ ਲੋਕ ਕਹਿੰਦੇ, ਐਵੇਂ ਝੂਠ ਬੋਲਦਾ। ਖੈਰ ਸਾਧ ਸੰਗਤ ਜੀ, ਇੱਕ ਬਚਨ ਕਹਿ ਕੇ ਇਹਨਾਂ ਨੂੰ ਵਿਸ਼ਵਾਸ ਦਿਲਾ ਦਿੱਤਾ ਕਿ ਜਾ ਕੇ ਸੂਬੇ ਨੂੰ ਕਹਿ ਦੋ ਕਿ ਸਾਡਾ ਗੁਰੂ ਜੇ ਦੀਨ ਕਬੂਲ ਕਰ ਲਵੇ ਤਾਂ ਬਿਨਾਂ ਕਿਸੇ ਹਿਚਕਿਚਾਹਟ ਦੇ, ਅੜਚਨ ਦੇ ਅਸੀਂ ਦੀਨ ਕਬੂਲ ਕਰ ਲਵਾਂ। ਉਹ ਖੁਸ਼ ਹੋਇਆ, ਪ੍ਰਸੰਨ ਹੋ ਗਿਆ ਕਿ ਇੱਕ ਆਦਮੀ ਨੂੰ ਤੇ ਆਪਣੇ ਦੀਨ ਵਿੱਚ ਲਿਆਉਣਾ ਕੋਈ ਸਾਡੇ ਲਈ ਔਖਾ ਹੀ ਨਹੀਂ। ਰਾਜ ਸੱਤਾ ਸਾਡੇ ਪਾਸ ਹੈ। ਉਹਨੇ ਸੁਨੇਹਾ ਜਿਹੜਾ ਸੀ ਅੱਗੇ ਜਾ ਕੇ ਦਿੱਲੀ ਔਰੰਗੇ ਪਾਸ ਦਿੱਤਾ ਵੀ ਇਹ ਸਾਰੇ ਲੋਕ ਪਹਿਲੀ ਗੱਲ ਤੇ 6 ਮਹੀਨੇ ਦਾ ਇਹਨਾਂ ਵਕਤ ਲਿਆ। ਦੂਜਾ ਇਹ ਕਹਿ ਰਹੇ ਨੇ ਕਿ ਜੇ ਸਾਡਾ ਗੁਰੂ, ਸਾਡਾ ਪੀਰ, ਸਾਡਾ ਮੁਖੀ, ਸਾਡਾ ਨਾਇਕ ਜੇ ਦੀਨ ਕਬੂਲ ਕਰੇ ਤੇ ਅਸੀਂ ਕਬੂਲ ਕਰਨ ਲਈ ਸਾਰੇ ਹੀ ਤਿਆਰ। ਔਰੰਗਾ ਵੀ ਖੁਸ਼ ਹੋ ਗਿਆ। ਇੱਕ ਪੱਤਰਕਾ, ਇੱਕ ਚਿੱਠੀ ਜਿਹਨੂੰ ਅਸੀਂ ਹੁਕਮ ਕਹਿ ਸਕਦੇ ਹਾਂ, ਔਰੰਗੇ ਦਾ ਹੁਕਮ ਤੇ ਕਰਨਾ, ਲੇਕਿਨ ਮੰਨਣਾ ਨਾ ਮੰਨਣਾ ਇਹ ਅਗਲੇ ਦੀ ਗੱਲ ਹੁੰਦੀ ਹੈ। ਇਹਨੇ ਇੱਕ ਪਰਵਾਨਾ ਲਿਖ ਕੇ ਆਨੰਦਪੁਰ ਸਾਹਿਬ ਭੇਜਿਆ ਪਿਆਰੇ। ਉਹ ਆਪ ਜਾਣਦੇ ਹੀ ਉਹਦਾ ਕਾਰਨ ਕੀ ਹੈ ਕਿ ਹਾਜ਼ਰ ਹੋ।
ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰੂ ਸਿੱਖ ਪਾਸੋਂ ਇਹ ਪੱਤਰਕਾ ਚਿੱਠੀ ਪੜ੍ਹਾਈ ਤੇ ਦੂਜੇ ਦਿਨ ਹੀ ਚੱਲ ਪਏ। ਜਿਹੜੇ ਪਿਆਦੇ ਗਏ ਸਨ ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਪਹੁੰਚੋ, ਅਸੀਂ ਪਹੁੰਚ ਗਏ। ਉਹ ਚਲੇ ਗਏ। ਸਤਿਗੁਰੂ ਅਨੰਦਪੁਰ ਸਾਹਿਬ ਤੋਂ ਚਲੇ ਨੇ ਤੇ ਸਿੱਖੀ ਦਾ ਪ੍ਰਚਾਰ ਕਰਦੇ ਕਰਦੇ ਸੰਖੇਪ ਕਰਨਾ ਪੈਣਾ, ਸਮਾਂ ਨਹੀਂ ਹੈ ਭਾਈ। ਇੱਥੇ ਬਹੁਤ ਇਤਿਹਾਸਕ ਘਟਨਾਵਾਂ ਨੇ ਜਿਹੜੀਆਂ ਕਹਿਣੀਆਂ ਬਣਦੀਆਂ ਸੀ, ਪਰ ਸਮੇਂ ਨੂੰ ਵੀ ਤੇ ਵਿਚਾਰਨਾ ਹੈ ਨਾ ਆਪਾਂ। ਮੈਂ ਹੁਣ ਜਿਹਨੂੰ ਕਹਿੰਦੇ ਨੇ ਛੱਡਣ ਲੱਗਾ ਕੁਝ। ਸਤਿਗੁਰੂ ਸਿੱਧੇ ਕਿੱਥੇ ਪਹੁੰਚ ਗਏ? ਆਗਰੇ। ਉਹਦੇ ਵਿਚਕਾਰ ਪੜਾਵਾਂ ਦਾ ਜ਼ਿਕਰ ਕਰਾਂਗੇ, ਇੱਕ ਇੱਕ ਪੜਾਅ ਦਾ ਵੀ ਜ਼ਿਕਰ ਕਰਾਂਗੇ ਤਾਂ ਸਮਾਂ ਤੋਂ ਲੱਗੇਗਾ। ਇਸ ਲਈ ਸਮੇਂ ਦੀ ਕਦਰ ਕਰਨੀ ਜ਼ਰੂਰੀ ਹੈ, ਕਿਉਂਕਿ ਹੋਰ ਵੀ ਵਕਤੇ ਨੇ ਜਿਨ੍ਹਾਂ ਨੇ ਹਾਜ਼ਰੀਆਂ ਲਵਾਉਣੀਆਂ। ਖੈਰ, ਗੁਰੂ ਕੇ ਪਿਆਰਿਓ, ਸਤਿਗੁਰੂ ਆਗਰੇ ਪਹੁੰਚ ਗਏ। ਚਾਹੁੰਦੇ ਤੇ ਅਜੇ ਵੀ ਗ੍ਰਿਫਤਾਰੀ ਨਹੀਂ ਸੀ ਹੋ ਸਕਦੀ, ਕਿਸੇ ਨੂੰ ਪਤਾ ਨਹੀਂ ਗੁਰੂ ਸਾਹਿਬ ਕਿੱਥੇ ਨੇ। ਮਾਫ ਕਰਨਾ, ਇਹ ਵੀ ਸਬਬ ਗੁਰੂ ਸਾਹਿਬਾਂ ਨੇ ਆਪੇ ਹੀ ਬਣਾਇਆ। ਇੱਕ ਆਜੜੀ ਨੂੰ ਹੀਰੇ ਜੜੀ ਰਿੰਗ ਦੇਣੀ, ਦੁਸ਼ਾਲਾ ਦੇਣਾ, ਭਈ ਸਾਡੇ ਲਈ ਬਾਜ਼ਾਰੋਂ ਕੁਝ ਖਰੀਦ ਲਿਆ, ਖਾਣ ਦੇ ਪਦਾਰਥ। ਉਹ ਗਰੀਬ ਜਦੋਂ ਆਜਰੀ ਗਿਆ ਨਾ ਤੇ ਮਠਿਆਈ ਦੀ ਦੁਕਾਨ ਤੇ ਜਾ ਕੇ ਦੁਸ਼ਾਲਾ ਤੇ ਦੁਸ਼ਾਲੇ ਨਾਲੇ ਕੀਮਤੀ ਮੁੰਦਰੀ, ਉਹਨੂੰ ਸ਼ੱਕ ਹੋ ਗਿਆ ਤੇ ਚੋਰੀ ਕਰਕੇ ਆਇਆ। ਐਨਾ ਕੀਮਤੀ ਦੁਸ਼ਾਲਾ, ਹੀਰੇ ਜੜੀ, ਅੰਗੂਠੀ ਇਹਦੇ ਕੋਲ ਕਿੱਥੋਂ? ਇਹਨੇ ਜ਼ਰੂਰ ਚੋਰੀ। ਉਹਨੇ ਕਹਿ ਹੀ ਦਿੱਤਾ ਕਿ ਮੈਨੂੰ ਪ੍ਰਤੀਤ ਹੋਇਆ ਕਿ ਤੂੰ ਚੋਰੀ ਕਰ ਗਿਆ। ਫਿਰ ਕਹਿਣ ਲੱਗਾ, ਨਾ ਭਾਈ ਮੈਂ ਚੋਰੀ ਕੀ ਕਰਨੀ, ਮੈਂ ਤੇ ਆਪਣੀਆਂ ਨਹੀਂ ਲੋਕਾਂ ਦੀਆਂ ਭੇਡਾਂ ਬੱਕਰੀਆਂ ਚਾਰ ਕੇ ਜਿਹੜੀ ਰੋਟੀ ਖਾਂਦਾ ਵਾਂ, ਮੇਰਾ ਤੇ ਆਪਣਾ ਕੁਝ ਵੀ ਨਹੀਂ। ਜਿਹੜੇ ਮੈਂ ਮਾਲ ਪਸ਼ੂ ਚਾਰਦਾ ਉਹ ਵੀ ਮੇਰੇ ਨਹੀਂ ਹੈਗੇ, ਲੋਕਾਂ ਦੇ ਨੇ ਭਾਈ। ਇਹ ਤੇ ਕੋਈ ਫਕੀਰ ਆਇਆ ਰੱਬ ਦਾ ਰੂਪ, ਤੇ ਉਹ ਫਲਾਣੇ ਬਾਗ ਦੇ ਵਿੱਚ ਉਹਨਾਂ ਦੇ ਨਾਲ 5 ਉਹਨਾਂ ਦੇ ਸੇਵਕ ਮੁਰੀਦ ਨੇ, ਉਹ ਬੈਠੇ ਹੋਏ, ਉਹਨਾਂ ਨੂੰ ਭੁੱਖ ਲੱਗੀ ਤੇ ਉਹਨਾਂ ਨੇ ਕੁਝ ਖਾਣ ਲਈ ਮੰਗਾਇਆ, ਮੈਨੂੰ ਆ ਦਿੱਤਾ ਤੇ ਤੂੰ ਆ ਰੱਖ ਲੈ ਰਿੰਗ ਤੇ ਮੈਨੂੰ ਇਹਦੇ ਬਦਲੇ ਕੁਝ ਮਠਿਆਈ ਦੇ ਦੇ। ਪਰ ਉਹਦਾ ਮਨ ਨਹੀਂ ਮੰਨਿਆ, ਕਿਉਂਕਿ ਗਰੀਬ ਦੇ ਕੋਲ ਧਨ ਹੋਵੇ ਤੇ ਫਿਰ ਏਦਾਂ ਹੀ ਹੁੰਦਾ। ਗਰੀਬ ਕੋਲ ਅਚਨਚੇਤ ਧਨ ਕੋਈ ਦੇਖ ਲੈ ਨਾ, ਧਨਵਾਨ ਬੰਦਾ, ਤੇ ਉਹਦਾ ਧਿਆਨ ਉੱਥੇ ਹੀ ਰਹਿੰਦਾ ਕਿ ਇਹਨੇ ਜ਼ਰੂਰ ਇਹ ਚੋਰੀ ਕੀਤੀ। ਸ਼ਿਕਾਇਤ ਕਰ ਦਿੱਤੀ, ਦਰੋਗਾ ਕੁਝ ਸਿਪਾਹੀ ਲੈ ਕੇ ਆ ਗਿਆ। ਗੁਰੂ ਪਿਆਰਿਓ, ਇਸ ਆਜਰੀ ਦੇ ਨਾਲ ਹੀ ਇਹ ਪੁਲਿਸ ਚਲੀ ਗਈ ਹੈ। ਸਤਿਗੁਰਾਂ ਨੂੰ ਬਾਗ ਵਿੱਚੋਂ ਗ੍ਰਿਫਤਾਰ ਕੀਤਾ। ਅਸੀਂ ਤਾਂ ਇਹਨਾਂ ਨੂੰ ਢੂੰਡ ਰਹੇ, ਲੱਭ ਰਹੇ। 5 ਗੁਰਸਿੱਖਾਂ ਨੂੰ ਨਾਲ ਲੈ ਕੇ ਸਤਿਗੁਰਾਂ ਨੂੰ ਉਦੋਂ ਹੀ ਆਗਰੇ ਤੋਂ ਕਿੱਥੇ ਪਹੁੰਚਾਇਆ? ਦਿੱਲੀ। ਐ ਮੈਂ ਹੋਰ ਕਈ ਰਹੱਸ ਛੱਡ ਦਿੱਤੇ। ਦਿੱਲੀ ਨਾ, ਇੱਥੇ ਵੀ ਬਦਨੀਤੀ ਨਾਲ ਇੱਕ ਢਏ ਹੋਏ ਟੱਠੇ ਹੋਏ ਮਕਾਨ ਦੇ ਵਿੱਚ, ਮਕਾਨ ਬੜਾ ਵਿਸ਼ਾਲ ਸੀ, ਵੱਡਾ ਸੀ, ਲੇਕਿਨ ਟੱਠਾ ਹੋਇਆ ਸੀ। ਸਤਿਗੁਰਾਂ ਦਾ ਠਹਿਰਾਓ ਉੱਥੇ ਕੀਤਾ। ਇੱਕ ਥਾਨਕਾ ਉੱਥੇ ਦੀ ਇਹ ਵੀ ਬਣੀ ਹੈ ਦਿੱਲੀ ਦੀ, ਪਰ ਇੱਥੇ ਕੋਈ ਪ੍ਰੇਤ ਵੀ ਰਹਿੰਦਾ, ਭੂਤ ਰਹਿੰਦੇ ਨੇ, ਪ੍ਰੇਤ ਰਹਿੰਦੇ। क्षमा करना गुरबाणी ਦੇ ਮੁਤਾਬਕ ਭੂਤ ਪ੍ਰੇਤ ਦੀ ਵਿਆਖਿਆ ਕੁਝ ਹੋ ਰਹੀ ਹੈ, ਫਿਰ ਸਮੇਂ ਨਾਲ ਮੈਂ ਕਰਾਂਗਾ। ਵੈਸੇ ਤੇ ਅਸੀਂ ਸਾਰੇ ਗ੍ਰਸਤੀ ਬੈਠੇ ਹਾਂ, ਮੈਂ ਇਹ ਲੜੀ ਨਾ ਤੋੜਾਂ। ਜੇ ਭੂਤ ਦੀ ਗੱਲ ਕੀਤੀ ਤੇ ਸਮਾਂ ਹੋਰ ਲੱਗ ਜਾਏ। ਅਸਲ ਭੂਤਨਿਆਂ ਦਾ ਸਾਨੂੰ ਅਜੇ ਵੀ ਗਿਆਨ ਕੋਈ ਨਹੀਂ, ਉਹ ਸਾਡੇ ਘਰਾਂ ਵਿੱਚ ਹੀ ਨੇ। ਬਾਣੀ ਕਹਿੰਦੀ ਜਿੱਥੇ ਅਸੀਂ ਰਹਿੰਦੇ ਹਾਂ ਨਾ, ਉੱਥੇ ਹੀ ਨੇ, ਉੱਥੇ ਨੇ ਅਸਲ ਵਿੱਚ। ਤੇ ਉਹ ਹੈ ਕੌਣ, ਇਹ ਵੀ ਸਾਰਾ ਫਲਸਫਾ ਬਾਣੀ ਵਿੱਚ ਮੌਜੂਦ ਹੈ। ਖੈਰ, ਇਸ ਨੇ ਕੀ ਵਿਗਾੜਨਾ ਸੀ ਗੁਰੂ ਦਾ? ਗੁਰੂ ਦੇ ਅਦਬ ਹੇਤੋਂ ਨੇ ਨਮਸਕਾਰ ਕੀਤੀ
ਬੇਨਤੀ ਕੀਤੀ ਹੈ ਭਈ ਮੈਨੂੰ ਸਤਿਗੁਰੂ ਕੋਈ ਹੁਕਮ ਕਰੋ, ਹੁਕਮ ਕਰੋ, ਛਕਣਾ ਕੀ, ਤੁਸੀਂ ਖਾਣਾ ਕੀ ਹੈ। ਵਿਦਵਾਨ ਲਿਖਦੇ ਉੱਥੇ ਕਈ ਪਦਾਰਥ ਉਹ ਲੈ ਕੇ ਆਇਆ, ਅਜੇ ਰਾਤ ਹੋ ਚੁੱਕੀ ਸੀ, ਪਤਾ ਨਹੀਂ ਕਿੱਥੋਂ ਲੈ ਆਇਆ ਉਹ ਵੀ ਹਵਾ ਹੀ ਸੀ, ਰੂਹਾਂ ਹੀ ਸਨ। ਉਹ ਜਿਹੜੇ ਪ੍ਰੇਤ ਉੱਥੇ ਰਹਿੰਦੇ ਉਹ ਕਿਹੜੇ ਸਰੀਰ ਸਨ। ਖੈਰ ਉਹਨਾਂ ਦੀ ਵੀ ਗੁਰੂਦੇਵ ਨੇ ਮੁਕਤੀ ਕੀਤੀ ਹੈ। ਉਹਨੂੰ ਚੰਗਾ ਲੱਗਾ, ਉਹ ਗੰਨੇ ਲਾਇਆ, ਸਤਿਗੁਰਾਂ ਨੂੰ ਕਹਿਣ ਲੱਗੇ ਸਤਿਗੁਰੂ ਇਹ ਜ਼ਰੂਰ ਚੁੱਪ ਹੋ ਤੁਸੀਂ। ਤੇ ਜਦੋਂ ਸਤਿਗੁਰਾਂ ਨੇ ਚੁੱਪ ਕੇ ਛਿੱਲੜ ਸੁੱਟਿਆ ਨਾ, ਉਹਨੇ ਚੱਕ ਕੇ ਚੂਸ ਲਿਆ ਸਤਿਗੁਰਾਂ ਦਾ ਸੀਤ ਪ੍ਰਸਾਦ, ਉਹਦੀ ਮੁਕਤੀ ਹੋ ਗਈ। ਇਹੀ ਛਿੱਲੜ ਇੱਕ ਮਤੀ ਦਾਸ ਨੇ ਵੀ ਚੂਸਿਆ ਸੀ। ਮੈਂ ਬੇਨਤੀ ਕਰ ਰਿਹਾ, ਇੰਨਾ ਆਤਮਿਕ ਬਲ ਆ ਗਿਆ ਕਿ ਆ ਕੇ ਸਤਿਗੁਰਾਂ ਨੂੰ ਕਹਿਣ ਲੱਗੇ ਭਾਈ ਮਤੀ ਦਾਸ ਜੀ, ਸਤਿਗੁਰੂ ਹੱਥ ਜੋੜ ਕੇ ਸਤਿਗੁਰਾਂ ਦੇ ਅੱਗੇ, ਸਤਿਗੁਰੂ ਕਹੋ ਤੇ ਮੈਂ ਦਿੱਲੀ ਤੇ ਲਾਹੌਰ ਦੇ ਤਖਤ ਨੂੰ ਆਪਸ ਵਿੱਚ ਦੋ ਤਲੀਆਂ ਤੇ ਰੱਖ ਕੇ ਟਕਰਾ ਦਿਆਂ, ਤੈਸ ਨੈਸ ਕਰ। ਸਤਿਗੁਰੂ ਮੰਦ ਮੰਦ ਮੁਸਕਰਾਏ, ਵੈਰਾਗ ਤੇ ਤਿਆਗ ਦੀ ਮੋਲ, ਕਹਿਣ ਲੱਗੇ ਮਤੀ ਦਾਸ, ਉਹ ਗੁਰੂ ਕੇ ਪਿਆਰਿਆ, ਤੇਰੇ ਵਿੱਚ ਇੰਨੀ ਸ਼ਕਤੀ ਤਾਨ ਬਲ ਕਿੱਥੋਂ ਆ ਗਿਆ? ਸਤਿਗੁਰੂ ਤੁਹਾਡੇ ਦਰ ਦੀ ਸੇਵਾ ਕਰਕੇ, ਤੁਹਾਡਾ ਸੀਤ ਪ੍ਰਸਾਦ ਗੰਨਾ ਚੂਸ ਕੇ ਮੇਰੇ ਅੰਦਰ ਇਹ ਪ੍ਰਬਲ ਸ਼ਕਤੀ ਆ ਗਈ। ਇੱਕੋ ਹੀ ਸਤਿਗੁਰਾਂ ਨੇ ਬਚਨ ਕੀਤਾ, ਭਾਈ ਸਾਹਿਬ ਜਿਸ ਘਰ ਵਿੱਚ ਇੰਨੀ ਸ਼ਕਤੀ ਹੈ ਤੇ ਸੇਵਾ ਕਰਕੇ ਤੂੰ ਪਾ ਲਈ ਹੈ, ਉਹ ਘਰ ਦੀ ਸ਼ਕਤੀ ਦਾ ਤੈਨੂੰ ਗਿਆਨ ਨੇ, ਸਾਰੀ ਥੋੜੀ ਪਾ ਲਈ ਤੂੰ, ਬੜੀ ਸ਼ਕਤੀ ਆ ਉਹਦੀ। ਭਾਵ ਇਸ਼ਾਰਾ ਇਹ ਸੀ ਕਿ ਉਹ ਤੇ ਅਸੀਂ ਵੀ ਕਰ ਸਕਦੇ ਹਾਂ, ਤੂੰ ਨਹੀਂ ਅਸੀਂ ਵੀ ਕਰ ਸਕਦੇ। ਆ ਜਾ। ਜਦੋਂ ਕੰਡ ਤੇ ਹੱਥ ਫੇਰਿਆ, ਸਤਿਗੁਰੂ ਕਹਿਣ ਲੱਗੇ ਕਰ ਦੇ। ਸਤਿਗੁਰੂ ਸ਼ਕਤੀਆਂ ਦੇਂਦਾ ਵੀ ਹੈ, ਸ਼ਕਤੀਆਂ ਲੈ ਵੀ ਲੈਂਦਾ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰੂ ਕੀਨੀ ਕਿਰਪਾ, ਨਾਮ ਦੀ ਸ਼ਕਤੀ ਦੇ ਦਿੱਤੀ। ਤੇ ਜੇ ਕੋਈ ਅੰਗ ਵਿੱਚ ਆ ਜੇ ਤੇ ਉਹਦੇ ਹੱਥ ਫੇਰ ਕੇ ਨਾ ਸਿਰ ਤੇ ਉਹ ਵਾਪਸ ਵੀ ਲੈ। ਖੈਰ ਉਹ ਸਮਾਂ ਆ ਗਿਆ, ਸਮਾਂ ਬੀਤਦਾ ਗਿਆ। ਮੈਂ ਸ਼ਹਾਦਤ ਤੇ ਸਿੱਧਾ ਪਹੁੰਚ ਜਾ, ਮੈਂ ਸਮੇਂ ਵੱਲ ਜ਼ਿਆਦਾ ਦੇਖ ਰਿਹਾ। ਗੁਰੂ ਕੇ ਪਿਆਰਿਓ, ਸਮਾਂ ਜਦੋਂ ਆ ਗਿਆ, ਕਿਉਂਕਿ ਪਹਿਲਾਂ ਬਹੁਤ ਲਾਲਚ ਦਿੱਤੇ ਗਏ ਨੇ, ਹੁਣ ਸਤਿਗੁਰਾਂ ਤੇ ਲਾਲਚ ਅਸਰ ਨਹੀਂ ਕਰ। ਜਿਹੜਾ ਅਸਲ ਸੱਚਾ ਗੁਰੂ ਦਾ ਸਿੱਖ ਹੈ, ਉਹਦੇ ਜੀਵਨ ਵਿੱਚ ਵੀ ਲਾਲਚ ਕੋਈ ਅਸਰ ਨਹੀਂ ਕਰਦਾ। ਅਸਲ ਵਿੱਚ ਮੁਰੀਦ ਦੀ ਪਰਿਭਾਸ਼ਾ ਹੀ ਕੁਝ ਹੋਰ ਹੈ। ਭਾਈ ਗੁਰਦਾਸ ਜੀ ਨੇ ਬੜੀ ਸੋਹਣੀ ਇਹ ਪੌੜੀ ਉਚਾਰਨ ਕੀਤੀ, ਸੁੰਦਰ। ਮੁਰਦਾ ਹੋਏ, ਭਾਈ ਸਾਹਿਬ ਪੜ੍ਹਦੇ ਸੀ, ਮੁਰਦਾ ਹੋਏ ਮੁਰੀਦ। ਮੁਰੀਦ ਸਿੱਖ ਨੂੰ ਕਹਿੰਦੇ ਜੀ। ਮੈਂ ਯਤਨ ਕਰਾਂਗਾ ਕਿ ਸ਼ਾਮ ਦੇ ਦੀਵਾਨ ਵਿੱਚ ਇਸ ਪੌੜੀ ਦੀ ਵਿਆਖਿਆ ਕਰਾਂ, ਕਿਉਂਕਿ ਇਹਦੇ ਵਿੱਚ ਵੀ ਸ਼ਹੀਦ ਦੀ ਵਿਆਖਿਆ ਕਿ ਅਸਲ ਸ਼ਹੀਦ ਕੌਣ। ਕਿਉਂਕਿ ਆ ਪਿਛਲੇ ਦਹਾਕੇ ਵਿੱਚ ਨਾ ਸ਼ਹੀਦ ਪਦ ਦੀ ਬੜੀ ਅਨਾਦਰੀ ਕਹਿ ਲੋ, ਬੇਅਦਬੀ ਕੀਤੀ ਗਈ। ਪਤਾ ਹੀ ਨਹੀਂ ਸਾਨੂੰ ਸ਼ਹੀਦ ਹੈ ਕੌਣ। ਕਮ ਸੇ ਕਮ ਗੁਰੂ ਕੋਲ ਪੁੱਛਿਆ ਕਰੀ। ਹਰ ਇੱਕ ਨੂੰ ਗੁਰਮੁਖ ਕਹੀ ਜਾਣਾ, ਗੁਰਮੁਖ ਦੀ ਤੇ ਬੜੀ ਵੱਡੀ ਉਪਾਧੀ ਹੈ। ਗੁਰਮੁਖ ਕਿਹਨੂੰ ਕਹਿੰਦੇ? ਹਰ ਇੱਕ ਨੂੰ ਸ਼ਹੀਦ ਕਹਿ ਦੇਣਾ। ਹਰ ਮਰਨ ਵਾਲਾ ਸ਼ਹੀਦ ਨਹੀਂ ਹੁੰਦਾ। ਮੁਰਦਾ ਹੋਏ, ਮੁਰਦਾ ਕਿਹਨੂੰ ਕਹਿੰਦੇ ਹੋ? ਜਿਹਦੇ ਵਿੱਚ ਪ੍ਰਾਣ ਨਹੀਂ। ਪਰ ਇਹ ਮੁਰਦਾ ਅਲੱਗ ਹੀ ਹੈ ਜਿਹੜਾ ਬਾਣੀ ਵਿੱਚ ਹੈ। ਬਾਬਾ ਕਬੀਰ ਜੀ ਨੇ ਉਸ ਮੁਰਦੇ ਦਾ ਜ਼ਿਕਰ ਕੀਤਾ, ਥੋੜਾ ਧਿਆਨ ਦੇਣਾ। ਉਹ ਕੀ ਹੈ? ਕਬੀਰ ਏਕ ਮਰੰਤੇ ਦੋ ਮੂਏ, ਦੋਏ ਮਰੰਤੇ ਚਾਰ, ਚਾਰ ਮਰੰਤੇ ਛੇ ਮੂਏ, ਚਾਰ ਪੁਰਖ ਦੋਏ ਨਾ। ਜਿਹਦੇ ਵਿੱਚ ਚਾਰ ਪੁਰਸ਼ ਮਰ ਗਏ ਤੇ ਦੋ ਇਸਤਰੀਆਂ ਮਰ ਗਈਆਂ। ਤ੍ਰਿਸ਼ਨਾ ਤੇ ਨਿੰਦਾ ਇਸਤਰੀਆਂ ਨੇ, ਮਨ ਪੁਰਸ਼ ਹੈ। ਆ ਦੇਹ ਦਾ ਅਧਿਆਸ ਜਿਹੜਾ ਹੈ ਨਾ, ਮੋਹ, ਇਹ ਵੀ ਮਰਦ ਹੈ। ਜਾਤੀ ਦਾ ਅਭਿਮਾਨ, ਇਹ ਵੀ ਮਰਦ ਹੈ। ਕੁਸੰਗ ਵੀ ਮਰਦ। ਇਹ ਚਾਰ ਮਰਦ ਮਰ ਗਏ ਨੇ, ਕੁਸੰਗ, ਮਨ ਤੇ ਆ ਸਰੀਰ ਦਾ ਮੋਹ, ਇਹ ਮਰ ਗਏ ਚਾਰੇ। ਤੇ ਨਾਲ ਦੋ ਨਿੰਦਾ ਤੇ ਤ੍ਰਿਸ਼ਨਾ ਵੀ ਮਰ ਗਈ, ਦੋ ਇਸਤਰੀਆਂ ਮਰ ਗਈਆਂ। ਹੁਣ ਹੋਇਆ ਇਨਸਾਨ ਮੁਰਦਾ।
ਇਹੋ ਜਿਹਾ ਮੁਰਦਾ ਇਹਨਾਂ ਨੂੰ ਮਾਰ ਕੇ ਜਦੋਂ ਗੁਰੂ ਦਰ ਤੇ ਆਉਂਦਾ, ਫਿਰ ਗੁਰੂ ਸਿਰ ਤੇ ਹੱਥ ਧਰਦਾ ਹੈ। ਫਿਰ ਕੀ ਹੁੰਦਾ ਹੈ? ਫਿਰ ਮੁਰੀਦ ਬਣਦਾ। ਮੁਰਦਾ ਹੋਏ ਮੁਰੀਦ। ਅਗਲਾ ਬਚਨ ਦੇਖੋ, ਭਾਈ ਸਾਹਿਬ ਕਹਿੰਦੇ ਨਾ ਗੱਲੀ ਹੋਵਣਾ। ਇਹਦਾ ਮਤਲਬ ਜਿਹੜੇ ਮੁਰੀਦ ਅਸੀਂ ਆ ਜੀ ਤੇ ਐਵੇਂ ਗੱਲਾਂ ਬਾਤਾਂ ਨਾਲ ਹੀ ਮੁਰੀਦ ਬਣੇ ਆ। ਭਾਈ ਗੁਰਦਾਸ ਜੀ ਕਹਿੰਦੇ ਗੱਲੀ ਬਾਤੀ ਮੁਰੀਦੀ ਨਹੀਂ ਹਾਸਲ ਹੁੰਦੀ। ਆ ਹੈ ਸਲੀਕਾ, ਆ ਹੈ ਢੰਗ, ਆ ਤਰੀਕਾ ਹੈ ਗੁਰਮਤ ਅਨੁਸਾਰ ਮੁਰੀਦੀ ਹਾਸਲ ਕਰਨ ਦਾ। ਹਰ ਬੰਦਾ ਸਿੱਖ ਨਹੀਂ ਹੋ ਸਕਦਾ ਤੇ ਹਰ ਮਰਨ ਵਾਲਾ ਸ਼ਹੀਦ ਨਹੀਂ ਹੋ ਸਕਦਾ। ਖੈਰ ਇਹ ਫਿਰ ਕਰਾਂਗੇ। ਸਤਿਗੁਰ ਸੱਚੇ ਪਾਤਸ਼ਾਹ ਲਾਲਚ ਵਿੱਚ ਆਏ ਕੋਈ ਨਹੀਂ। ਫਿਰ ਉਹਨਾਂ ਨੂੰ ਇੱਕ ਵਿਉਂਤ ਸੁਝੀ ਹੈ ਤੇ ਬੜੇ ਪਿਆਰੇ ਸਿੱਖ ਨੇ ਗੁਰੂ ਦੇ, ਆਗਿਆਕਾਰੀ ਨੇ, ਕਿਉਂਕਿ ਸਤਿਗੁਰੂ ਦਾ ਸਿੱਖ ਜਿਹੜਾ ਉਹ ਹੈ ਹੀ ਆਗਿਆਕਾਰੀ। ਆਗਿਆ ਦਾ ਪਾਲਣ ਨਹੀਂ ਤਾਂ ਸਿੱਖੀ ਨਹੀਂ, ਮੁਰੀਦੀ ਹੈ ਹੀ ਨਹੀਂ। ਸਤਿਗੁਰਾਂ ਤੋਂ ਪਹਿਲਾਂ ਭਾਈ ਸਭ ਤੋਂ ਪਹਿਲਾਂ ਭਾਈ ਮਤੀ ਦਾਸ। ਇਹ ਦੰਡ ਦੇਣ ਵਾਲੇ ਮੈਂ ਵੀ ਦੱਸ ਦੇਵਾਂ 3 ਸਨ। ਇਹ 3 ਸਨ ਜਿਨ੍ਹਾਂ ਨੂੰ ਜ਼ਿੰਮੇਵਾਰੀ ਦੇ ਕੇ ਗਿਆ ਔਰੰਗਾ। ਆਪ ਉੱਥੇ ਮੌਜੂਦ ਨਹੀਂ ਆਏ। ਵੈਸੇ ਵੀ ਹਿਸਟਰੀ ਪੜ੍ਹ ਕੇ ਦੇਖੋ, ਫੈਸਲੇ ਬਾਦਸ਼ਾਹ ਨਹੀਂ ਕਰਦਾ। ਆਪ ਜਾਣਦੇ ਹੋ ਕੌਣ ਕਰਦਾ? ਕਾਜ਼ੀ ਕਰਦਾ। ਸਾਰੇ ਫੈਸਲੇ ਇਹੋ ਜਿਹੇ ਕੌਣ ਕਰਦਾ ਹੈ? ਸਿਆਸੀ ਫੈਸਲੇ ਕਰਨ ਵਾਲਾ ਕਾਜ਼ੀ ਹੈ। ਇੱਕ ਕਾਜ਼ੀ, ਦੂਜਾ ਦਰੋਗਾ ਤੇ ਤੀਜਾ ਜਲਾਦ। ਇਹ ਤਿੰਨੇ ਹੀ ਗੁਰੂ ਸਾਹਿਬ ਕੋਲ ਆ। ਬੜੀ ਪਿਆਰੀ ਇਹਨਾਂ ਗੋਸ਼ਟ ਕੀਤੀ ਹੈ। ਗੋਸ਼ਟ ਦੇ ਦਰਮਿਆਨ ਕਾਜ਼ੀ ਕਹਿੰਦਾ ਕਿ ਮੇਰੀਆਂ ਕਈ ਕੁਲਾਂ ਬੀਤ ਗਈਆਂ ਨੇ, ਅਸੀਂ ਕਾਜ਼ੀ ਹਾਂ। ਇਹ ਸਾਡੇ ਕੁਲ ਵਿੱਚ ਹੈ ਕਿ ਮੈਂ ਕਾਜ਼ੀ ਹਾਂ। ਮੈਂ ਕੋਈ ਨਵਾਂ ਬਣਿਆ ਕਾਜ਼ੀ ਨਹੀਂ, ਬੜਾ ਪੁਰਾਣਾ ਕਾਜ਼ੀ ਉਹ ਕਹਿ ਰਿਹਾ। ਇਸੇ ਤਰ੍ਹਾਂ ਹੀ ਉਹ ਜਿਹੜਾ ਦਰੋਗਾ ਸੀ ਉਹ ਕਹਿੰਦਾ ਮੇਰੀ ਕੁਲ ਦੇ ਵਿੱਚ ਵੀ ਅਸੀਂ ਇਹੀ ਕੰਮ ਕਰਦੇ ਆ ਰਹੇ ਹਾਂ। ਤੀਜਾ ਜਲਾਦ ਵੀ ਕਹਿਣ ਲੱਗਾ, ਉਹਨੇ ਵੀ ਇਹੀ ਕਹਿ ਮਾਰਿਆ। ਉਹ ਕਹਿਣ ਲੱਗਾ ਅਸੀਂ ਵੀ ਕਈ ਕੁੱਲਾਂ ਤੋਂ ਜਲਾਦ ਹੀ ਹਾਂ। ਇਸ ਸਮਾਣੇ ਦਾ ਸੀ ਜਲਾਲਉਦੀਨ। ਜਦ ਤਿੰਨਾਂ ਨੇ ਬੋਲ ਕੇ ਸਤਿਗੁਰੂ ਮੁਸਕਰਾਏ ਤੇ ਮੁਸਕਰਾ ਕੇ ਕਹਿਣ ਲੱਗੇ ਭਾਈ ਕੈਸਾ ਮੇਲ ਹੈ ਵਿਧਾਤੇ ਨੇ ਕਰਾਇਆ, ਮੇਰਾ ਹਾਲ ਵੀ ਕੁਝ ਐਸਾ ਹੀ ਹੈ। ਕਹਿੰਦੇ ਕਾਜ਼ੀ ਜੇ ਤੇਰੀ ਕੁਲ ਵਿੱਚ ਕਈ ਕਾਜ਼ੀ ਹੋਏ ਨੇ, ਹੋਏ ਹੋਣਗੇ, ਮੰਨਦਾ ਮੈਂ। ਤੇਰੇ ਦਰੋਗੇ ਕਈ ਦਰੋਗੇ ਹੋਏ ਹੋਣਗੇ। ਉਹ ਜਲਾਲਉਦੀਨ ਤੇਰੀ ਕੁਲ ਵਿੱਚ ਜਲਾਦ ਹੋਏ ਹੋਣਗੇ, ਤੁਹਾਡੀ ਕੁਲ ਦੀ ਰੀਤ ਹੈ। ਉਹ ਮੈਂ ਤੁਹਾਡੇ ਤੋਂ ਪਿੱਛੇ ਨਹੀਂ, ਮੇਰੀ ਕੁਲ ਜਿਹੜੀ ਹੈ ਨਾ ਉਹਦੇ ਵਿੱਚ ਸ਼ਹੀਦ ਹੀ ਸ਼ਹੀਦ ਹੈ। ਹੁਣ ਦੱਸੋ ਗੁਰੂ ਤੇਗ ਬਹਾਦਰ ਸਾਹਿਬ ਤੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਲ ਵਿੱਚ ਸ਼ਹੀਦ ਕੌਣ ਹੈ? ਗੁਰੂ ਅਰਜਨ ਦੇਵ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ। ਦਾਦੇ ਦੀ ਗੱਲ ਕਰ ਰਹੇ ਨੇ, ਦਾਦੇ ਦੀ। ਗੁਰੂ ਤੇਗ ਬਹਾਦਰ ਸਾਹਿਬ ਨੇ ਦਾਦੇ ਦੀ ਗੱਲ ਕੀਤੀ ਹੈ ਕਿ ਮੇਰੀ ਕੁਲ ਵੀ ਸ਼ਹੀਦਾਂ ਦੀ ਹੈ। ਸ਼ਹੀਦਾਂ ਜਦ ਬੋਲ ਕੇ ਤੇ ਉਹ ਬੇਸਮਝ ਜਿਹੜਾ ਹਕੂਮਤ ਦੇ ਨਸ਼ੇ ਵਿੱਚ ਹੋਵੇ ਨਾ, ਦੇਖੋ ਨਸ਼ੇ ਦੁਨਿਆਵੀ ਨੇ, ਉਹ ਲੋਕ ਕਰਦੇ ਨੇ ਲੈ ਜਾਂਦੇ ਨੇ, ਫਿਰ ਕਰਦੇ ਨੇ ਲੈ ਜਾਂਦੇ ਨੇ। ਇਹ 2 ਨਸ਼ੇ ਜਿਹੜੇ ਨੇ ਕਦੇ ਨਹੀਂ ਲੈਂਦੇ। ਇੱਕ ਮਾਇਆ ਦਾ ਨਸ਼ਾ ਤੇ ਦੂਜਾ ਹਕੂਮਤ ਦਾ ਨਸ਼ਾ। ਹਰ ਵਕਤ ਚੜਿਆ ਰਹੇ, ਦੇਖ ਲਓ ਤਜਰਬਾ ਕਰਕੇ। ਹਰ ਵਕਤ ਹਕੂਮਤ ਦਾ ਨਸ਼ਾ ਤੇ ਮਾਇਆ ਦਾ ਨਸ਼ਾ ਵੀ ਮੱਧਮ ਨਹੀਂ ਪੈਂਦਾ। ਬੋਲ ਨਾ ਜਾਣੈ, ਪੜੋ ਸਾਧ ਸੰਗਤ ਜੀ, ਉਹ ਮਾਦੀ ਹੈ, ਇਹ ਨਸ਼ਾ ਹੀ ਹੈ। ਬੋਲ ਨਾ ਜਾਣੈ ਮਾਇਆ ਮਦ ਮਾਤਾ। ਮਾਤਾ ਦਾ ਮਤਲਬ ਹੁੰਦਾ ਮਸਤ।
ਮਾਇਆ ਦੇ ਨਸ਼ੇ ਵਿੱਚ ਮਸਤ ਬੰਦੇ ਦੀ ਸਭ ਤੋਂ ਪਹਿਲਾਂ ਕੀ ਹਾਲਤ ਹੁੰਦੀ ਹੈ? ਉਹਦੀ ਬੋਲੀ ਵਿਗੜ ਜਾਂਦੀ ਹੈ। ਉਹ ਆਮ ਸੱਜਣਾ ਮਿੱਤਰਾਂ ਨਾਲ ਵੀ ਬੋਲਦਾ ਤੇ ਹੰਕਾਰ ਦੀ ਬਦਬੂ ਆਉਂਦੀ ਉਹਦੇ ਹਰ ਬੋਲ ਵਿੱਚ। ਫਿਰ ਸਤਿਗੁਰਾਂ ਸਮਝਾਇਆ ਕਿ ਮੇਰੀ ਕੁੱਲ ਜਿਹੜੀ ਹੈ ਨਾ ਉਹ ਸ਼ਹੀਦਾਂ ਦੀ ਹੈ। ਵਧੀਆ ਮੇਲ ਹੋ ਗਿਆ, ਤੁਸੀਂ ਜੋ ਕਰਨਾ ਨਾ ਕਰੋ ਜੋ ਵੀ। ਉਹਨਾਂ ਫਿਰ ਪੁੱਛਿਆ, ਜੁਗਤ ਨਾਲ ਸਲੀਕਾ ਜੋ ਉਸ ਵਕਤ ਦਾ ਸੀ, ਔਰੰਗੇ ਦੀ ਸਲਾਹ ਨਾਲ ਹੁਣ ਤਸ਼ੱਦਦ ਸ਼ੁਰੂ ਹੋ ਗਈ ਤੇ ਸਤਿਗੁਰਾਂ ਦੀ ਸ਼ਹਾਦਤ ਤੋਂ ਪਹਿਲਾਂ 11 ਨਵੰਬਰ ਤੋਂ 3 ਦਿਨ ਹੁਣ ਪਿੱਛੇ ਆ ਗਏ। 9 ਤੇ 10 ਤੇ 8 9 10 ਪਹਿਲੇ ਦਿਨ 8 ਨਵੰਬਰ ਨੂੰ ਸ਼ਹੀਦ ਕੀਤਾ ਭਾਈ ਮਤੀ ਦਾਸ। ਤੇ ਆਖਰੀ ਇੱਛਾ ਇਹ ਪੁੱਛੀ ਸੀ ਕਿ ਤੇਰੀ ਇੱਛਾ ਕੀ ਹੈ? ਭਾਈ ਸਾਹਿਬ ਕਹਿੰਦੇ ਇਦਾਂ ਕਰੋ, ਜਲਾਦ ਨੂੰ ਕਹਿਣ ਲੱਗੇ ਤੁਸੀਂ ਆਪਣਾ ਆਰਾ ਤਿੱਖਾ ਕਰੋ ਤੇ ਮੈਂ ਜਰਾ ਆਪਣਾ ਮਨ ਤਿੱਖਾ ਕਰਾਂ। ਇੱਕ ਜਲਾਦ ਬੋਲਿਆ ਕਿ ਭਾਈ ਗੁਰਸਿੱਖਾ, ਨਾਲੇ ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ। ਕਹਿੰਦੇ ਯਾਰ ਜ਼ਿੰਦਗੀ ਵਿੱਚ ਬੜੇ ਲੋਕਾਂ ਨੂੰ ਮਾਰਿਆ, ਪਰ ਇਹ ਜਿਹੜੇ ਸਿੱਖ ਨੇ ਇਹੋ ਜਿਹੇ ਨੇ, ਮਰਨ ਲਈ ਕਿੰਨਾ ਜਜ਼ਬਾ ਇਹਨਾਂ ਵਿੱਚ, ਮਰਨ ਦਾ ਜਜ਼ਬਾ ਕਿੰਨਾ। ਇਹ ਸਾਨੂੰ ਕਹਿ ਰਿਹਾ ਤੁਸੀਂ ਆਰਾ ਤਿੱਖਾ ਕਰ ਲਓ। ਮੈਂ ਬਜ਼ੁਰਗ ਹਾਂ ਤੇ ਮੇਰੀਆਂ ਹੱਡੀਆਂ ਪਤਾ ਨਹੀਂ ਇਹ ਚੀਰ ਸਕੇ ਨਾ ਚੀਰ ਸਕੇ, ਵਿੱਚ ਹੀ ਨਾ ਤੁਹਾਡਾ ਕੰਮ ਰਹਿ ਜਾਵੇ, ਤੁਸੀਂ ਇਹਨੂੰ ਤਿੱਖਾ ਕਰ ਲਓ। ਨਾਲ ਉਹ ਪੁੱਛਦਾ ਹੈ ਵੀ ਚਲੋ ਅਸੀਂ ਤੇ ਇਹਨੂੰ ਤਿੱਖਾ ਕਰ ਲਾਂਗੇ, ਸਾਡੇ ਕੋਲ ਸਾਧਨ ਹੈਗੇ ਨੇ, ਪਰ ਗੁਰੂ ਦੇ ਸਿੱਖਾ ਤੂੰ ਮਨ ਕਿਵੇਂ ਤਿੱਖਾ ਕਰੇਗਾ? ਕਹਿਣ ਲੱਗੇ ਕਿ ਮੇਰੇ ਕੋਲ ਵੀ ਸਾਣ ਹੈਗੀ। ਉਹ ਸਾਣ ਪਸ਼ੂ ਨਾ ਸਮਝ ਲੈਣਾ ਜਿੱਥੇ ਲਾ ਕੇ ਅਸ਼ੁਰੀਆਂ ਆਦਿਕ ਤਿੱਖੀਆਂ ਹੁੰਦੀਆਂ, ਔਜ਼ਾਰ। ਕਹਿਣ ਲੱਗੇ ਮੇਰੇ ਕੋਲ ਗੁਰੂ ਨਾਨਕ ਦੀ ਬਾਣੀ ਹੈ ਭਾਈ, ਬਾਣੀ ਨਾਲ ਮਨ ਤਿੱਖਾ ਹੋ ਜਾਂਦਾ। ਵੈਸੇ ਵੀ ਜਿਵੇਂ ਮੱਛੀ ਦਾ ਜੀਵਨ ਕੀ ਹੈ ਜੀ? ਪਾਣੀ। ਤੇ ਸਿੱਖ ਦਾ ਜੀਵਨ ਦੇਖਣਾ ਤੇ ਉਹਦੇ ਜੀਵਨ ਵਿੱਚ ਇੱਕੋ ਹੀ ਚੀਜ਼ ਹੈ, ਜਿਵੇਂ ਮੱਛੀ ਦੇ ਜੀਵਨ ਵਿੱਚ ਪਾਣੀ ਹੈ, ਸਿੱਖ ਦੇ ਜੀਵਨ ਵਿੱਚ ਬਾਣੀ ਹੈ। ਮਾਫ ਕਰ ਦੇਣਾ, ਜਿਸ ਸਿੱਖ ਦੇ ਜੀਵਨ ਵਿੱਚ ਬਾਣੀ ਨਹੀਂ ਹੈ ਉਹ ਗੁਰੂ ਨਾਨਕ ਦਾ, ਜਿਵੇਂ ਪਾਣੀ ਤੋਂ ਬਿਨਾਂ ਮੱਛੀ ਜਿੰਦਾ ਰਹਿ ਸਕਦੀ ਹੈ, ਬਾਣੀ ਤੋਂ ਬਿਨਾਂ ਸਿੱਖ ਨਹੀਂ ਰਹਿ ਸਕਦਾ। ਇਹ ਹਮੇਸ਼ਾ ਨੋਟ ਕਰ ਲੈਣਾ। ਸਿੱਖ ਉਹੀ ਹੈ ਜਿੱਥੇ ਗੁਰੂ ਦੀ ਬਾਣੀ ਹੈ। ਮੱਛੀ ਜੀਵਤ ਰਹਿ ਸਕਦੀ ਹੈ ਜਿਵੇਂ ਪਾਣੀ ਵਿੱਚ ਰਹਿ ਕੇ। ਸਿੱਖ ਦਾ ਵੀ ਅਸਲ ਜੀਵਨ ਹੈ ਬਾਣੀ। ਬਾਣੀ ਤੋਂ ਬਿਨਾਂ ਕੋਈ ਜੀਵਨ ਨਹੀਂ। ਆਖਣ ਵਿੱਚ ਹੀ ਜੀਵਨ ਹੈ। ਬਾਣੀ ਆਖੋ ਜਾਂ ਨਾ ਆਖੋ, ਰੱਬੀ ਸਿਫਤਾਂ ਆਖਣ ਵਿੱਚ ਜੀਵਨ ਹੈ। ਤੇ ਜੇ ਬਾਣੀ ਵਿਸਰ ਜਾਏ, ਵਿਸਰੈ, ਇਹ ਉਸ ਗੁਰੂ ਦੇ ਬਚਨ ਨੇ ਜਿਹਦਾ ਇਹ ਚਲਾਇਆ ਹੋਇਆ ਪੰਥ ਹੈ, ਗੁਰੂ ਨਾਨਕ ਸਾਹਿਬ ਦੇ ਬਚਨ। ਖੈਰ ਭਾਈ ਮਤੀ ਦਾਸ ਨੇ ਉਹਨੂੰ ਸਮਝਾ ਦਿੱਤਾ, ਭਾਈ ਮੇਰਾ ਜੀਵਨ ਜਿਹੜਾ ਹੈ ਨਾ ਉਹ ਬਾਣੀ ਹੈ। ਤੇ ਉਹਨਾਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਹੁਣ ਸਮੇਂ ਨਾਲ ਕਹਿੰਦੇ ਆਰਾ ਚੱਲ ਗਿਆ। ਆਰਾ ਚੱਲਿਆ, ਉਹ ਸਮੇਂ ਨਾਲ ਚੱਲਣਾ ਹੀ ਚੱਲਣਾ ਸੀ। ਅੱਜ ਵੀ ਅਸੀਂ ਕਿਸੇ ਨੂੰ ਸਜ਼ਾਏ ਮੌਤ ਦੇਨੇ ਆ ਤਾਂ ਸਮਾਂ ਹੀ ਦੇਖਿਆ ਜਾਂਦਾ ਵੀ ਸਮਾਂ ਹੋ ਗਿਆ, ਹੁਣ ਕੋਈ ਅਪੀਲ ਦਲੀਲ ਨਹੀਂ, ਚਲੋ ਕਰ ਦਿਓ। ਆਰਾ ਚੱਲ ਗਿਆ। ਅਜੇ ਕਹਿੰਦੇ ਸ਼ਲੋਕ ਪੜਿਆ ਜਾ ਰਿਹਾ ਸੀ, ਐਸਾ ਵਿਦਵਾਨ ਲਿਖਦੇ, ਤੇ ਸਰੀਰ ਦੋ ਫਾੜ ਹੋ ਗਏ। ਭਾਈ ਮਤੀ ਦਾਸ ਧਰਤੀ ਤੇ ਗਿਰ ਗਿਆ। ਤੇ ਜਿਉਂ ਹੀ ਧਰਤੀ ਤੇ ਗਿਰਿਆ ਨਾ, ਦੋਨਾਂ ਹੀ ਹਿੱਸਿਆਂ ਦੇ ਵਿੱਚੋਂ ਸ਼ਲੋਕ ਦੇ ਆਖਰੀ ਬਚਨ ਕਹੇ ਜਾ ਰਹੇ। ਅਸੀਂ ਵੀ ਸਾਰੇ ਕਹੀਏ, ਚਲੋ। ਜਿਨੀ ਨਾਮ ਧਿਆਇਆ ਗਏ ਮੁਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਸਿੱਧੀ।
ਦੋਨਾਂ ਹੀ ਟੁਕੜਿਆਂ ਵਿੱਚ ਇਹ ਆਵਾਜ਼ ਸੁਣਾਈ ਦਿੱਤੀ ਤੇ ਹੈਰਾਨ ਸਨ, ਪਰੇਸ਼ਾਨ ਸਨ ਇਹ ਸਾਰੇ ਜਲਾਦ ਵੀ ਤੇ ਉੱਥੇ ਖੜੇ ਹੋਏ ਸਾਰੇ ਲੋਕ ਸਿਆਸੀ। ਹੁਣ ਗੁਰੂ ਕੇ ਪਿਆਰਿਓ 8 ਤਰੀਕ ਨੂੰ ਬੜਾ ਲਾਲਚ ਦਿੱਤਾ ਭਾਈ ਦਿਆਲੇ ਨੂੰ, ਭਾਈ ਦਿਆਲਾ ਜੀ ਨੂੰ। ਪਰ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ, ਸਿੱਖ ਦੇ ਜੀਵਨ ਵਿੱਚ ਲਾਲਚ ਲਈ ਕੋਈ ਜਗ੍ਹਾ ਹੀ ਨਹੀਂ, ਕਿਉਂਕਿ ਗੁਰੂ ਨੇ ਪਹਿਲਾਂ ਹੀ ਕਿਹਾ ਹੋਇਆ ਤੇ ਲਾਲਚੀ ਬੰਦਾ ਸਿੱਖ ਨਹੀਂ ਹੋ ਸਕਦਾ। ਫਿਰ ਲਾਲਚ ਹੈ ਕੀ ਹੈ? ਸਾਹਿਬ ਕਹਿੰਦੇ ਲੱਭ ਕੁੱਤਾ। ਲੱਭ ਕੀ ਹੈ ਜੀ? ਕੁੱਤਾ। ਤੇ ਜਿਸ ਜੀਵਨ ਵਿੱਚ ਲੋਭ ਹੈ, ਬਾਬਾ ਕਹਿੰਦਾ ਮੇਰੀ ਨਜ਼ਰ ਵਿੱਚ ਤੂੰ ਕੁੱਤਾ ਤੇ ਹੈਗਾ, ਸਿੱਖ ਨਹੀਂ ਹੋ ਸਕਦਾ। ਸਿੱਖੀ ਬੜੀ ਔਖੀ ਹੈ ਪਿਆਰਿਓ, ਐਵੇਂ ਨਾ ਸਮਝ ਲੈਣਾ। ਜੇ ਲੋਭੀ ਬੰਦਾ ਕੁੱਤਾ ਹੈ, ਅਗਲਾ ਬਚਨ ਲੱਭ ਕੁੱਤਾ ਕੂੜ ਚੂੜਾ। ਹੁਣ ਕਿਸੇ ਬਰਾਦਰੀ ਨਾਲ ਇਹਨੂੰ ਟੁਕਾ ਲੈਣਾ, ਮਾਫ ਕਰ ਦੇਣਾ ਮੈਨੂੰ, ਕਿਉਂਕਿ ਬਰਾਦਰੀਵਾਦ ਲਈ ਬਾਣੀ ਵਿੱਚ ਕੋਈ ਜਗ੍ਹਾ ਨਹੀਂ ਹੈ। ਚੂੜਾ ਦਾ ਮਤਲਬ ਕੁਝ ਹੋਰ ਹੈ। ਚੂੜਾ ਦਾ ਮਤਲਬ ਹੈ ਚੰਡਾਲ। ਚੰਡਾਲ ਕੀ ਹੁੰਦਾ? ਆ ਕਬਰਸਤਾਨ, ਸ਼ਮਸ਼ਾਨ ਘਾਟ ਦੇ ਵਿੱਚ ਜਿਹੜੇ ਦਾਹ ਸੰਸਕਾਰ ਕਰਨ ਵਾਲੇ ਨੇ ਨਾ, ਉਹਨਾਂ ਨੂੰ ਚੰਡਾਲ ਕਹਿੰਦੇ। ਇਹ ਗੁਰੂ ਨਾਨਕ ਸਾਹਿਬ ਦੇ ਬਚਨ ਨੇ। ਖੈਰ ਮੈਂ ਸ਼ਹਾਦਤ ਵੱਲ ਵਧਾ, ਸਮਾਂ ਹੋ ਗਿਆ। ਲੱਭ ਕੁੱਤਾ ਕੂੜ ਚੂੜਾ, ਤੇ ਜਿਹੜਾ ਠੱਗੀਆਂ ਮਾਰ ਕੇ ਖਾਂਦਾ, ਠੱਗ ਖਾਦਾ ਮੁਰਦਾਰ। ਠੱਗੀਆਂ ਮਾਰ ਕੇ ਖਾਣ ਵਾਲਾ ਮੁਰਦੇ ਖਾ ਰਿਹਾ, ਮੁਰਦਾ। ਪਰ ਨਿੰਦਾ ਕਰਨੀ ਸੁਧੀ ਦੂਜੇ ਦੀ ਮੈਲ ਖਾਣੀ, ਪਰ ਨਿੰਦਾ ਪਰਮਨ ਮੁਖ ਸੁਧੀ ਅੰਤਰ ਕ੍ਰੋਧ। ਉਹ ਵੀ ਬੰਦਾ ਚੰਡਾਲ ਹੈ ਜਿਹੜਾ ਕ੍ਰੋਧੀ। ਖੈਰ ਇਹ ਤੇ ਇੱਕ ਸਿੱਖੀ ਦਾ ਸਿਧਾਂਤ ਸੀ। ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਦੀ ਦੇਗ ਵਿੱਚ ਉਬਾਲ ਦਿੱਤਾ। ਉਹਨਾਂ ਵੀ ਇਹੀ ਕਿਹਾ ਸੀ ਕਿ ਮੇਰਾ ਮੁੱਖ ਜਿਹੜਾ ਨਾ ਗੁਰੂ ਵੱਲ ਕਰ ਦਿਓ, ਮੈਂ ਗੁਰੂ ਨੂੰ ਦੇਖਣਾ ਚਾਹੁੰਦਾ, ਇਹੀ ਮੇਰੀ ਇੱਛਾ ਬਸ। ਦੇਖਦਿਆਂ ਦੇਖਦਿਆਂ ਪਾਣੀ ਦੀ ਉਬਲਦੀ ਦੇਗ ਵਿੱਚ ਭਾਈ ਦਿਆਲਾ ਰਿੱਝ ਗਿਆ। ਆਖਰ ਹੁਣ 10 ਨਵੰਬਰ ਨੂੰ ਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਆ ਪਿਆਰਿਓ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਐਨ ਸਾਹਮਣੇ ਥੰਮਲੇ ਨਾਲ ਬੰਨ੍ਹ ਦਿੱਤਾ। ਕਿਹਨੂੰ? ਭਾਈ ਸਤੀ ਦਾਸ। ਇਹ ਮਤੀ ਦਾਸ ਤੇ ਸਤੀ ਦਾਸ ਦੋਨੇ ਸੱਕੇ ਭਰਾ ਨੇ, ਦੋਨੇ ਸੱਕੇ ਭਾਈ। ਸਤੀ ਦਾਸ ਛੋਟਾ ਸੀ, ਮਤੀ ਦਾਸ ਸਭ ਤੋਂ ਵੱਡਾ ਸੀ। ਰੋਂ ਲੈ ਕੇ ਨਾ ਰੋਂ ਲਪੇਟਿਆ ਤੇ ਜਿੰਦੇ ਨੂੰ ਅੱਗ ਲਾ ਦਿੱਤੀ। ਜਲ ਕੇ ਰਾਖ ਹੋ ਗਿਆ। ਗੁਰੂ ਦੇ ਸਿੱਖ ਨੇ ਹਾਏ ਵੀ ਨਹੀਂ। ਫਿਰ ਪੁੱਛਦਾ ਕਾਜੀ, ਤੇ ਸਤਿਗੁਰੂ ਇਹੀ ਬਚਨ ਕਰਦੇ, ਕਿਉਂਕਿ ਕਾਜੀ ਦੇ ਮੂੰਹੋਂ ਅੱਜ ਔਰੰਗੇ ਦੇ ਕਹੇ ਬੋਲ ਦੁਹਰਾਏ ਗਏ ਨੇ ਕਿ ਮੇਰਾ ਸੁਆਮੀ, ਮੇਰਾ ਬਾਦਸ਼ਾਹ, ਸਲਤਨਤ ਜਿਹੜੀ ਸਲਤਨਤ ਦਾ ਮਾਲਕ ਹੈ ਨਾ ਔਰੰਗਜ਼ੇਬ, ਉਹਦਾ ਹੁਕਮ ਹੈ ਕਿ ਮੈਂ 2 ਤੋਂ 1 ਹੀ ਕਰ ਦੇਗਾ। ਤੇ ਸਾਹਿਬਾਂ ਸੁਭਾਵਿਕ ਕਿਹਾ ਵੀ ਕਹਿ ਦੇ ਤੂੰ ਆਪਣੇ ਮਾਲਕ ਨੂੰ ਵੀ ਅਸੀਂ 2 ਤੋਂ 1 ਤੇ ਨਹੀਂ ਹੋਣ ਦੇਣਾ, 2 ਤੋਂ ਅਸੀਂ 3 ਕਰ ਦੇਣਾ। ਵੈ ਪ੍ਰਗਟਿਓ ਮਰਦ ਅਗੰਮੜਾ। ਗੁਰੂ ਕਲਗੀਧਰ ਪਿਤਾ ਨੇ ਫਿਰ 2 ਤੋਂ ਕਿੰਨੇ ਕੀਤੇ? 3 ਕਰ। ਸਤਿਗੁਰਾਂ ਨੂੰ ਵੀ 11 ਨਵੰਬਰ ਗੁਰੂ ਕੇ ਪਿਆਰਿਓ ਚਾਂਦਨੀ ਚੌਂਕ ਹੈ। ਉਦੋਂ ਇੱਥੇ ਇੰਨੀ ਆਬਾਦੀ ਨਹੀਂ ਸੀ, ਇੰਨੀ ਰੌਣਕ ਨਹੀਂ ਸੀ ਜਿੰਨੀ ਹੁਣ ਹੈ। ਹੁਣ ਤੇ ਸਤਿਗੁਰਾਂ ਦਾ ਪਵਿੱਤਰ ਸਥਾਨ ਸੀਸਗੰਜ ਉੱਥੇ ਹੀ ਹੈ। ਇਹੀ ਸੀ ਉਹ ਚੌਂਕ। ਇਸ ਚੌਂਕ ਵਿੱਚ ਵਿਦਵਾਨ ਲੋਕ ਆਖਦੇ ਨੇ ਕਿ 11 ਨਵੰਬਰ ਦਾ ਦਿਹਾੜਾ ਤੇ ਦਿਨ ਦੇ 12 ਵਜੇ ਦਾ ਸਮਾਂ ਜੋ ਨਿਯਤ ਕੀਤਾ ਹੈ। ਜਲਾਲਉਦੀਨ ਨੂੰ ਇਹ ਗੱਲ ਕਹੀ ਹੋਈ ਸੀ ਕਿ ਤੂੰ ਠੀਕ 12 ਵਜੇ ਆਪਣੀ ਤਲਵਾਰ ਦਾ ਵਾਰ ਕਰ ਦੇਣਾ। ਉਦੋਂ ਪਹਿਲਾਂ ਸਤਿਗੁਰਾਂ ਨੇ ਇੱਥੇ ਨਜ਼ਦੀਕ ਇੱਕ ਖੂਹ ਹੈ ਜੀ, ਉਸ ਖੂਹ ਤੋਂ ਜਲ ਕੱਢਿਆ
ਤੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਇੱਕ ਉੱਚੀ ਜਗ੍ਹਾ ਥੋੜੀ ਜਿਹੀ ਸੀ, ਉੱਥੇ ਥੜੇ ਤੇ ਬੈਠ ਗਏ ਤੇ ਜਲਾਦ ਨੂੰ ਕਹਿਣ ਲੱਗੇ, ਭਾਈ ਅਸੀਂ ਬਾਣੀ ਦਾ ਪਾਠ ਕਰਨ ਲੱਗੇ ਹਾਂ, ਜਪ ਹੀ ਪੜਿਆ ਸਤਿਗੁਰੂ ਜਪ ਜੀ। ਤੇ ਜਦੋਂ ਵਿਧਾਤੇ ਦੀ ਗੁਰੂ ਨਾਨਕ ਦੀ ਰਜ਼ਾ ਦੇ ਵਿੱਚ ਸਾਡਾ ਸਿਰ ਝੁਕੇ, ਤੂੰ ਆਪਣੀ ਤਲਵਾਰ ਚਲਾ ਦੇ। ਸਤਿਗੁਰਾਂ ਨੇ ਵੀ ਜਪ ਦਾ ਪਾਠ ਕੀਤਾ ਤੇ ਜਿਉਂ ਹੀ ਸੀਸ ਵਿਧਾਤੇ ਦਾ ਧਿਆਨ ਧਰ ਕੇ ਝੁਕਾਇਆ ਤੇ ਜਲਾਲਉਦੀਨ ਨੇ ਤਲਵਾਰ ਦਾ ਵਾਰ ਕੀਤਾ ਔਰ ਧੜ ਨਾਲੋਂ ਸਿਰ ਜਿਹੜਾ ਸੀ ਅਲੱਗ ਹੋ ਗਿਆ। ਵੈਸੇ ਇਸ ਮਹੀਨੇ ਵਿੱਚ ਆਂਦੀ ਨਹੀਂ ਆਉਂਦੀ, ਅੰਧੇਰੀ ਕਹਿੰਦੇ ਲਾਲ ਅੰਧੇਰੀ ਉਸ ਦਿਨ ਆਈ, ਬਹੁਤ ਅੰਧੇਰੀ, ਕੱਚੀ ਜਗ੍ਹਾ ਸੀ ਤੇ ਜਿਹੜੇ ਉੱਥੇ ਪਿਆਦੇ ਸੀ ਨਾ ਜਿੰਨੇ ਵੀ, ਸਭਨਾਂ ਨੂੰ ਹੁਣ ਅੱਖਾਂ ਬੰਦ ਕਰਨੀਆਂ ਪਈਆਂ ਕਿ ਮਿੱਟੀ ਇੰਨੀ ਉੱਡ ਰਹੀ। ਭਾਈ ਜੈਤਾ ਜੀ ਨੇ ਸੀਸ ਸੰਭਾਲਿਆ, ਇਹ ਪੰਜਾਂ ਵਿੱਚੋਂ ਚੌਥਾ ਸਿੰਘ ਇਹ ਸੀ ਤੇ ਪੰਜਵਾਂ ਸੀ ਭਾਈ ਗੁਰਦਿੱਤਾ। ਇਹ ਗੁਰਦਿੱਤਾ ਉਹ ਨਹੀਂ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੇਟੇ ਸਨ, ਉਹ ਨਹੀਂ, ਇਹ ਗੁਰਸਿੱਖ ਹੈ ਭਾਈ ਗੁਰਦਿੱਤਾ। ਸਤਿਗੁਰੂ ਦੇ ਧੜ ਦੀ ਹੁਣ ਬਾਬਾ ਗੁਰਦਿੱਤਾ ਜੀ ਨੂੰ, ਭਾਈ ਗੁਰਦਿੱਤਾ ਜੀ ਨੂੰ ਚਿੰਤਾ ਹੈ ਕਿ ਧੜ ਦਾ ਕੀ ਕਰੀਏ, ਕਿਉਂਕਿ ਇਹਨੇ ਦੁਸ਼ਟ ਨੇ ਤੇ ਪਹਿਲਾਂ ਹੀ ਐਲਾਨ ਕਰ ਰੱਖਿਆ ਇਹਨਾਂ ਨੇ, ਕਾਜ਼ੀ ਨੇ, ਕਿ ਜੇ ਕੋਈ ਗੁਰੂ ਦਾ ਸਿੱਖ ਹੈ ਤੇ ਲੈ ਜਾਵੇ ਚੱਕ। ਪਰ ਇਤਿਹਾਸ ਗਵਾਹ ਹੈ ਉਦੋਂ ਇੱਕ ਵੀ ਬਾਂਹ ਨਹੀਂ ਸੀ ਖੜੀ ਕਿ ਮੈਂ ਗੁਰੂ ਦਾ ਸਿੱਖ ਹਾਂ। ਇੰਨਾ ਡਰ ਸੀ, ਇੰਨਾ ਸਹਿਮ ਸੀ, ਇੱਕ ਵੀ ਨਹੀਂ। ਪਰ ਜੁਗਤ ਨਾਲ ਕਹਿੰਦੇ ਚੂਨਾ ਉਤਾਰ ਕੇ ਆ ਰਿਹਾ ਸੀ ਇੱਕ ਸ਼ਾਹ। ਇਹ ਦੋ ਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਜ਼ਿੰਦਗੀ ਵਿੱਚ ਬੜੇ ਮਹਾਨ ਨੇ। ਕਿਹੜੇ ਕਿਹੜੇ? ਗੁਰੂ ਨੂੰ ਜਦੋਂ ਪ੍ਰਗਟ ਕੀਤਾ ਤੇ ਮੱਖਣ ਸ਼ਾਹ। ਵੈਸੇ ਮੈਂ ਬੇਨਤੀ ਕਰਾਂ, ਇਤਿਹਾਸ ਵਿੱਚ ਸ਼ਾਹ ਬਹੁਤ ਨੇ, ਐ ਨਹੀਂ ਮੈਂ ਕਹਿ ਰਿਹਾ ਕਿ ਸ਼ਾਹ ਦੋ ਹੀ ਨੇ, ਸ਼ਾਹ ਬੜੇ ਨੇ, ਪਰ ਸ਼ਾਹਾਂ ਵਿੱਚੋਂ ਪਹਿਲਾ ਮੱਖਣ ਸ਼ਾਹ। ਭਾਵੇਂ ਗੁਰੂ ਦੀ ਸ਼ਰਤ ਵੀ ਉਹਨੇ ਸੁਣ ਲਈ ਸੀ ਕਿ ਜੇ ਮੈਨੂੰ ਪ੍ਰਗਟ ਕਰੇਗਾ ਤੇਰਾ ਮੂੰਹ ਕਾਲਾ ਹੋਣਾ ਹੀ। ਕਹਿਣ ਲੱਗਾ, ਦਾਤਾ ਕੋਈ ਗੱਲ ਨਹੀਂ, ਤੈਨੂੰ ਪ੍ਰਗਟ ਕਰਨ ਦੇ ਲਈ ਮੂੰਹ ਕਾਲਾ ਵੀ ਮੈਂ ਕਰਾਉਣ ਲਈ ਤਿਆਰ ਹਾਂ। ਹੋਏਗਾ ਕਿ ਉਦੋਂ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਲਈ ਭੋਜਨ ਮਾਤਾ ਨਾਨਕੀ ਤਿਆਰ ਕਰਦੇ ਨੇ, ਉੱਥੇ ਚਲੇ ਗਏ, ਤਵੇ ਨੂੰ ਪਲਟਿਆ ਤੇ ਆਪਣਾ ਮੂੰਹ ਆਪੇ ਹੀ ਕਾਲਾ ਕਰਕੇ ਚੜ ਗਏ ਸੰਚੁਬਾਰੇ। ਕਹਿ ਦਿੱਤਾ ਸੀ ਦੁਨੀਆ ਨੂੰ ਕਿ ਸਾਚਾ ਗੁਰ ਲਾਦੋ। ਜਦੋਂ ਹੇਠਾਂ ਉਤਰ ਕੇ ਆਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗਲਵਕੜੀ ਚ ਲੈ ਲਿਆ, ਬੜਾ ਪਿਆਰ ਕੀਤਾ ਤੇ ਸਿੱਖ ਕਹਿਣ ਲੱਗਾ, ਸਤਿਗੁਰੂ ਬਸ ਚਾਹੀਦਾ ਨਹੀਂ, ਕੁਛ ਸਿੱਖੀ ਬਖਸ਼। ਉਹ ਭਾਈ ਸਿੱਖੀ ਤੇ ਤੂੰ ਪਹਿਲਾਂ ਹੀ ਕਮਾਲੀ ਹੈ, ਹੋਰ ਕੋਈ ਚਾਹੀਦਾ ਤੇ ਦੱਸ। ਨਹੀਂ ਸਤਿਗੁਰੂ, ਬਸ ਤੇਰੀ ਸਿੱਖੀ ਚਾਹੀਦੀ। ਉਹਨੇ ਸਿੱਖੀ ਮੰਗੀ ਸੀ ਕਿ ਮੈਨੂੰ ਸਿੱਖੀ ਚਾਹੀਦੀ ਬਸ। ਤੇ ਦੂਜਾ ਸ਼ਾਹ ਉਹ ਦਿੱਲੀ ਦਾ ਹੀ ਰਹਿਣ ਵਾਲਾ, ਉਹਦਾ ਨਾਂ ਹੈ ਜੀ ਲੱਖੀ ਸ਼ਾਹ। ਸੁਭਾਵਕ ਇਹ ਦੋਨੇ ਹੀ ਬਣ ਜਾ ਰਹੇ ਨੇ, ਇਹ ਦੋਨੇ ਹੀ ਲੋਬਾਣੇ ਨੇ, ਲੱਖੀ ਵੀ ਤੇ ਦੂਜਾ ਮੱਖਣ ਸ਼ਾਹ। ਇਹਨਾਂ ਦਾ ਗੁਰੂ ਦੀ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਦੀ ਅੱਜ ਸ਼ਹਾਦਤ ਅਸੀਂ ਮਨਾ ਰਹੇ ਹਾਂ, ਗੁਰੂ ਕੇ ਪਿਆਰਿਓ, ਬਹੁਤ ਵੱਡਾ ਕਹੀਏ ਰੋਲ ਕਹਿ ਲਓ। ਉਹਨਾਂ ਨੇ ਸਿੱਦਕ ਦੇ ਨਾਲ ਸਿੱਖੀ ਨਿਭਾਈ। ਅੱਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਦਾ ਪੁਰਬ। ਇੱਕ ਮੈਂ ਬੇਨਤੀ ਕਰਾਂ, ਕਿਉਂਕਿ ਮੇਰੇ ਕੋਲ ਚਿੱਠ ਆ ਗਈ ਹੈ ਕਿ ਜਿੰਨਾ ਚਿਰ ਇਸ਼ਾਰਾ ਨਹੀਂ ਕਰਦੇ ਕਥਾ ਕਰੀ ਜਾਓ। ਮਾਫ ਕਰਨਾ, ਮੈਨੂੰ ਦੱਸ ਦੇਣਾ ਜਦੋਂ ਅਗਲਾ ਪ੍ਰਚਾਰਕ ਆ ਜਾਵੇ ਤੇ ਮੈਂ ਸਮਾਪਤੀ ਕਰ ਦਿਆਂਗਾ, ਕਿਉਂਕਿ ਮੈਂ ਆਪ ਜੀ ਨੂੰ ਪਹਿਲਾਂ ਬੇਨਤੀਆਂ ਕੀਤੀਆਂ ਨੇ ਕਿ ਸ਼ਹਾਦਤ ਤੱਕ ਪਹੁੰਚਣ ਲਈ ਮੈਂ ਅਜੇ ਬੜੇ ਵਸਬ ਸਤਿਗੁਰਾਂ ਦੇ ਪਿੱਛੇ ਛੱਡ ਆਇਆ। ਛੱਡਣੇ ਪੈਣੇ ਸੀ ਕਿਉਂਕਿ ਸਮਾਂ ਨਹੀਂ ਹੈ।
ਇੱਕ ਬਹੁਤ ਵੱਡੀ ਉਕਾਈ ਹੈ। ਜਿਵੇਂ ਬਾਬਾ ਧੰਨਾ ਜੀ ਨਾਲ ਕੋਈ ਵਿਦਵਾਨਾਂ ਨੇ ਨਿਆਂ ਨਹੀਂ ਕੀਤਾ, ਇਹ ਪੜ੍ਹਨ ਤੇ ਪਤਾ ਚੱਲਦਾ ਬਾਅਦ ਵਿੱਚ। ਬਾਬਾ ਧੰਨਾ ਜੀ ਨੂੰ ਲੋਕ ਅਜੇ ਵੀ ਲਿਖੀ ਜਾਂਦੇ ਨੇ ਕਿ ਉਹ ਪੱਥਰਾਂ ਦਾ ਪੁਜਾਰੀ ਸੀ, ਉਹਨੇ ਪੱਥਰ ਪੂਜਾ ਕੀਤੀ। ਆਪਨੇ ਵੀ ਸੁਣਿਆ ਤੇ ਪੜ੍ਹਿਆ ਹੋਇਆ, ਵਿਦਵਾਨ ਇਹੀ ਕਹੀ ਜਾਂਦੇ। ਪਰ ਜਦੋਂ ਗੁਰੂ ਸਾਹਿਬ ਤੋਂ ਪੁੱਛੀਏ ਨਾ ਸੱਚੇ ਪਾਤਸ਼ਾਹ ਧੰਨੇ ਬਾਰੇ, ਸਾਹਿਬ ਕਹਿੰਦੇ ਨਾ ਬਈ ਨਾ। ਉਹਨਾਂ ਦੇ ਆਪਣੇ ਬਚਨ ਪ੍ਰੋੜਤਾ ਕਰਦੇ ਨੇ, ਇਹ ਬਿਦ ਸੁਣ ਕੇ ਪੜੋ ਸਾਧ ਸੰਗਤ ਜੀ ਜਿਨ੍ਹਾਂ ਨੂੰ ਆਂਦਾ। ਵਿਧੀ ਕਿਹੜੀ ਸੁਣੀ ਸੀ ਭਲਾ? ਕਬੀਰ ਜੀ ਦੀ, ਰਵਿਦਾਸ ਜੀ ਦੀ, ਨਾਮਦੇਵ ਜੀ ਦੀ। ਸੋਚਦੇ ਨੇ ਕਿ ਜੇ ਇਹ ਭਗਤੀ ਕਰਕੇ ਭਗਤ ਬਣ ਸਕਦੇ ਤੇ ਮੈਂ ਕਿਉਂ ਨਹੀਂ ਬਣ ਸਕਦਾ। ਇਹ ਵਿਦ, ਇਹਨਾਂ ਦੀ ਵਿਧੀ ਸੁਣ ਕੇ ਜੱਟ ਰੋਟ ਭਗਤੀ ਲਗਾ, ਭਗਤੀ ਕਰਨ ਲੱਗ ਪਿਆ। ਕੌਣ ਜੀ? ਧੰਨਾ। ਫਿਰ ਕੀ ਹੋਇਆ? ਬਾਣੀ ਕਹਿੰਦੀ ਮਿਲੇ ਪ੍ਰਤੱਖ ਗੋਸਾਈਆਂ। ਗੋਸਾਈ ਮਾਲਕ ਪ੍ਰਤੱਖ ਤੌਰ ਤੇ ਧੰਨੇ ਨੂੰ ਮਿਲ ਗਏ। ਬਾਣੀ ਇਹ ਕਹਿ ਰਹੀ ਹੈ, ਅਸੀਂ ਸਾਹਿਤਕਾਰਾਂ ਨੂੰ ਪੜ੍ਹਨੇ ਆ ਕਿ ਧੰਨੇ ਨੇ ਪੱਥਰ ਵਿੱਚੋਂ ਰੱਬ ਨੂੰ ਪਾ ਲਿਆ। ਮਾਫ ਕਰ ਦੇਣਾ ਮੈਨੂੰ, ਉਹਨਾਂ ਭਗਤੀ ਕਰਕੇ ਪਾਇਆ, ਪੱਥਰ ਪੂਜ ਕੇ ਨਹੀਂ ਪਾਇਆ। ਹੋਰ ਬੇਨਤੀ ਕਰਾਂ, ਹਰ ਜ਼ਰੇ ਜ਼ਰੇ ਵਿੱਚ ਅਸੀਂ ਕਹਿੰਦੇ ਆ ਰੱਬ ਹੈ, ਸੁਣਦੇ ਆ ਨਾ? ਹਰ ਸਰੀਰ ਵਿੱਚ ਰੱਬ ਹੈ। ਘੱਟ ਘੱਟ ਮੈਂ ਹਰ ਜੂ, ਇਹ ਗੱਲ ਸੰਤਾਂ ਨੇ ਪੁਕਾਰ ਪੁਕਾਰ ਕੇ, ਭਲੇ ਪੁਰਸ਼ਾਂ ਨੇ ਕਹੀ ਹੈ, ਸੰਤਨ ਕਹਿਓ ਪੁਕਾਰ। ਫਿਰ ਜ਼ਰੇ ਜ਼ਰੇ ਵਿੱਚ ਰੱਬ ਹੈ। ਪਰ ਕਲਗੀਧਰ ਪਿਤਾ ਦਾ ਸਵਈਆ ਇਹ ਸਿੱਧ ਕਰਦਾ ਕਿ ਸਭ ਵਿੱਚ ਰੱਬ ਹੋ ਸਕਦਾ ਹੈ, ਪਰ ਦੁਨੀਆ ਦੇ ਲੋਕੋ ਪੱਥਰ ਵਿੱਚ ਰੱਬ ਨਹੀਂ ਹੈ। ਪੱਥਰ ਵਿੱਚ ਰੱਬ, ਹੁਣ ਮੈਂ ਵੀ ਕਹਿ ਦਿੱਤਾ, ਇਹਦਾ ਪ੍ਰਮਾਣ ਤੇ ਚਾਹੀਦਾ ਨਾ। ਸਵਈਆ ਸਾਹਿਬ ਕਹਿੰਦੇ ਕਾਹੇ ਕੋ ਪੂਜਤ ਪਾਹਨ ਕੋ। ਪਾਹਨ ਕਿਹਨੂੰ ਕਹਿੰਦੇ ਜੀ? ਪੱਥਰ ਨੂੰ। ਉਹ ਦੁਨੀਆ ਦੇ ਲੋਕੋ ਆ ਪੱਥਰ ਕਿਉਂ ਪੂਜ ਰਹੇ ਹੋ ਤੁਸੀਂ? ਸਾਹਿਬ ਇੱਕ ਜਗ੍ਹਾ ਤੇ ਇੱਥੇ ਇੰਨਾ ਬਚਨ ਸਖਤ ਕਰਦੇ ਹੋ, ਕਹਿੰਦੇ ਪੱਥਰ ਪੂਜ ਪੂਜ ਕੇ ਪੱਥਰ ਹੀ ਹੋ ਗਏ। ਤੇ ਕਾਹੇ ਕੋ ਪੂਜਤ ਪਾਹਨ ਕੋ, ਕਛ ਪਾਹਨ ਮੈਂ ਪਰਮੇਸ਼ਰ ਨਾਹੀ। ਉਹ ਦੁਨੀਆ ਦੇ ਲੋਕੋ ਪੱਥਰ ਵਿੱਚ ਕੋਈ ਪਰਮੇਸ਼ਰ ਨਹੀਂ, ਰੱਬ ਹੈ ਹੀ ਨਹੀਂ। ਪਤਾ ਮੈਨੂੰ ਮਾਫ ਕਰਨਾ, ਬਾਣੀ ਕਹਿ ਰਹੀ ਹੈ ਜ਼ਰੇ ਜ਼ਰੇ ਵਿੱਚ ਹੈ, ਲੇਕਿਨ ਪੱਥਰ ਦੀ ਕਥਾ ਇਹ ਜ਼ਰੇ ਤੋਂ ਅਲੱਗ ਹੈ। ਪੱਥਰ ਵਿੱਚ ਰੱਬ ਨਹੀਂ ਹੈ, ਕਿਉਂਕਿ ਇਹ ਮੇਰੇ ਗੁਰੂ ਦਸ਼ਮੇਸ਼ ਪਿਤਾ ਦਾ ਹੁਕਮ ਹੈ। ਕਾਹੇ ਕੋ ਪੂਜਤ ਪਾਹਨ ਕੋ, ਕਛ ਪਾਹਨ ਮੈਂ ਪਰਮੇਸ਼ਰ ਨਾਹੀ। ਤਾਹੀ ਕੋ ਪੂਜ ਪ੍ਰਭੂ ਕਰਕੇ ਜਿਹ ਪੂਜਤ ਹੀ। ਜਿਹਦੀ ਪੂਜਾ ਕੀਤੀਆਂ, ਸੇਵਾ ਕੀਤੀਆਂ, ਸਿਮਰਨ ਕੀਤੀਆਂ, ਚਿੰਤਨ ਕੀਤਿਆਂ, ਅੱਗ ਓਗ ਮਿਟਾਏ। ਸਾਰੇ ਜ਼ਿੰਦਗੀ ਦੇ ਘੋਰ ਪਾਪ ਜਿਹਦਾ ਨਾਮ ਲੈਣ ਨਾਲ ਮਿਟ ਜਾਂਦੇ, ਉਹਦਾ ਨਾਮ ਲੈ ਬੰਦਿਆ ਪੱਥਰ ਦੀ ਪੂਜਾ ਛੱਡ ਦੇ। ਕਾਹੇ ਕੋ ਪੂਜਤ ਪਾਹਨ ਕੋ, ਕਛ ਪਾਹਨ ਮੈਂ ਪਰਮੇਸ਼ਰ ਨਾਹੀ। ਤਾਹੀ ਕੋ ਪੂਜ प्रभु करके जे पूजत ही अग ओग मिटाही। आद ब्याद के बंधन जेतक नाम के लेत सब सारे ही छुट जाने। जो मैं विचार तुहाडे नाल सांझी करन लगा सी, गुरु तेग बहादुर साहब नूं भी एक खिताब दिता गया। जरा सोचो, शहादत जाम पीण तो बाद असी गुरु तेग बहादुर नूं दिता खिताब अज पढ़ भी रहे हैं, सुन भी रहे हैं। बदकिस्मती है कि उन्होंने प्रचार भी है। अज भी मैं सुने कि धन गुरु तेग बहादुर हिंद दी, उच्चारण करो साध संगत जी, हिंद दी, पर मैं तुहाडे नाल सहमत नहीं। गुरु गोबिंद सिंह महाराज दी हजूरी विच एक कवि होया, कवियां विचों ਉਹਦਾ नाम है जी सैनापति। सुनिया होना आपने सैनापति। वो कुछ होर लिखता,
ਉਹ ਕਹਿੰਦਾ ਪ੍ਰਗਟ ਭਏ ਗੁਰੂ ਤੇਗ ਬਹਾਦਰ। ਸੁਣਨਾ ਜਰਾ, ਅਸਲ ਵਿੱਚ ਇਹ ਬੜੀਆਂ ਇਤਿਹਾਸ ਨੂੰ ਵਿਗਾੜ ਕੇ ਚਲਾਕੀਆਂ ਕੀਤੀਆਂ ਗਈਆਂ, ਧੰਨੇ ਨਾਲ ਵੀ ਤੇ ਜਿਨ੍ਹਾਂ ਦਾ ਅੱਜ ਦਿਹਾੜਾ ਮਨਾ ਰਹੇ ਆ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਉਹਨਾਂ ਨਾਲ ਆਪ ਸਹਿਮਤ ਹੋਵੋਗੇ ਕਿ ਬਿਲਕੁਲ ਸਹੀ ਹੈ। ਸੁਣ ਲਓ ਜਰਾ। ਸੈਨਾਪਤੀ ਕਹਿੰਦਾ ਪ੍ਰਗਟ ਭਏ ਗੁਰੂ ਤੇਗ ਬਹਾਦਰ, ਸਗਲ, ਸਗਲ ਦਾ ਮਤਲਬ ਸਾਰੇ, ਸ੍ਰੇਸ਼ਟ ਕੋ ਢਾਪੀ ਚਾਦਰ। ਚਾਦਰ ਕੀ ਹੈ ਜੀ? ਜਿਹਨੇ ਸਾਰੀ ਸ੍ਰਿਸ਼ਟੀ ਨੂੰ ਢੱਕ ਲਿਆ। ਅਰਥ ਸੁਣ ਲਓ ਕਿਵਤਾ ਦੇ। ਉਹ ਕਹਿੰਦਾ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਖਿਤਾਬ ਦੇਣਾ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਹ ਖਿਤਾਬ ਦਿਓ, ਉਹ ਹਿੰਦ ਦੀ ਚਾਦਰ ਨਹੀਂ, ਉਹ ਪਿਆਰਿਓ ਹਿੰਦ ਦੀ ਤੇ ਸੀਮਾ। ਉਹ ਚਾਦਰ ਤੇ ਫਿਰ ਤੁਸੀਂ ਅਮਰੀਕਾ 'ਚ ਬੈਠੋ, ਤੁਹਾਡੇ ਤੱਕ ਤੇ ਉਹ ਚਾਦਰ ਹੈ ਹੀ ਨਹੀਂ। ਹਿੰਦ ਦੀ ਸੀਮਾ। ਪਰ ਗੁਰੂ ਤੇਗ ਬਹਾਦਰ ਸਾਹਿਬ ਦਾ ਬਲੀਦਾਨ ਕਹਿ ਲੋ, ਕੁਰਬਾਨੀ ਕਹਿ ਲੋ, ਸ਼ਹਾਦਤ ਕਹਿ ਲੋ, ਇਹੋ ਜੀ ਇੱਕ ਚਾਦਰ ਹੈ ਜਿਹਨੇ ਸਾਰੀ ਸ੍ਰਿਸ਼ਟੀ ਦੇ ਪਰਦੇ ਨੂੰ ਢੱਕ ਲਿਆ। ਤੇ ਜੇ ਹਿੰਦ ਦੀ ਚਾਦਰ ਕਹੋਗੇ ਤੇ ਫਿਰ ਇਹ ਥੋੜੀ ਕਹਿ ਸਕਦੇ ਹੋ ਉਹਦੇ ਹਿੰਦ ਦੀ ਚਾਦਰ ਨੇ। ਬਸ ਕੀ ਕਹੀਏ ਫਿਰ, ਅੱਜ ਕੀ ਕਹੀਏ? ਪਿਆਰਿਓ ਹਮੇਸ਼ਾ ਯਾਦ ਰੱਖਣਾ, ਜੇ ਮਨ ਮੰਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਜੋ ਅੱਜ ਤੱਕ ਲਿਖਾਰੀਆਂ ਨੇ ਅਨਿਆਂ ਕੀਤਾ, ਨਿਆਂ ਕਰਨ ਦਾ ਯਤਨ ਕਰਨਾ। ਕਹੋ ਸਾਰੇ ਉਚਾਰਨ ਕਰਕੇ, ਧੰਨ ਸ੍ਰੀ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ। ਕਾਹਦੀ ਚਾਦਰ ਨੇ ਜੀ? ਕਿਉਂਕਿ ਧਰਮ ਦੀ ਸੀਮਾ ਕੋਈ ਨਹੀਂ ਹੈ। ਹਿੰਦ ਦੀ ਸੀਮਾ ਹੈਗੀ ਨਾ, ਹੈ ਕਿ ਨਹੀਂ ਦੱਸੋ? ਉਹ ਤੇ ਸੀਮਾ, ਪਰ ਧਰਮ ਦੀ ਕੋਈ ਸੀਮਾ ਨਹੀਂ। ਧਰਮ ਇੱਥੇ ਵੀ ਤੁਹਾਡੇ ਕੋਲ ਹੀ ਹੈ। ਗੁਰੂ ਤੇਗ ਬਹਾਦਰ ਧਰਮ ਦੀ, ਫਿਰ ਉਚਾਰਨ ਕਰੋ, ਧੰਨ ਸ੍ਰੀ ਗੁਰੂ ਤੇਗ ਬਹਾਦਰ ਧਰਮ ਦੀ। ਅੱਜ ਤੋਂ ਲੈ ਕੇ ਭੁੱਲਣਾ ਨਹੀਂ ਪਿਆਰਿਓ, ਜੇ ਵਿਸ਼ਵਾਸ ਹੈ ਤੁਹਾਨੂੰ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਇਹੀ ਬਚਨ ਕੀਤੇ ਸੀ ਕਿ ਧਰਮ ਹੇਤ ਕਾਹਦੇ ਲਈ ਸਾਕਾ ਕੀਤਾ, ਜਿਹੜਾ ਅਸੀਂ ਸਾਰਾ ਸੰਖੇਪ ਜਿਹਾ ਵਾਚਿਆ, ਕਾਹਦੇ ਲਈ ਹੈ? ਜਦੋਂ ਕਿ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕੀਨੋ ਵੱਡੋ ਕਲੂ ਮੈਂ। ਐਡਾ ਵੱਡਾ ਇਹ ਸਾਕਾ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਦੱਸੋ ਉਹਨਾਂ ਦਾ ਤਿਲਕ ਨਾਲ ਸੰਬੰਧ ਕੀ ਹੈ? ਮੈਂ ਆਪਸੀ, ਮੈਂ ਕਿਸੇ ਨੂੰ ਨਿੰਦਦਾ ਨਹੀਂ, ਅਸੀਂ ਆਪਸ ਵਿੱਚ ਤੇ ਵਿਚਾਰ ਕਰ ਸਕਦੇ ਹਾਂ। ਗੁਰੂ ਦੇ ਸਿੱਖ ਪਿਆਰੇ ਬੈਠੇ ਹੋ ਤੁਸੀਂ, ਦੱਸੋ ਤਿਲਕ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੀ ਸੰਬੰਧ ਹੈ? ਤੇ ਜੰਜੂ ਨਾਲ ਕੀ ਹੈ? ਜਨੇਊ। ਗੁਰੂ ਨਾਨਕ ਸਾਹਿਬ ਨੇ ਪੰਥ ਚਲਾਇਆ, ਉਹਨਾਂ ਨੇ ਤੇ ਪਹਿਲਾਂ ਹੀ ਪਹਿਨਿਆ ਹੀ ਕੋਈ ਨਹੀਂ। ਮੈਂ ਕਹਿ ਸਕਦਾ ਕਿ ਗੁਰੂ ਦਾ ਨਾ ਤਿਲਕ ਨਾਲ ਸੰਬੰਧ ਹੈ ਤੇ ਨਾ ਜੰਜੂ ਨਾਲ। ਐਡਾ ਵੱਡਾ ਸਾਕਾ ਕਾਹਦੇ ਲਈ ਕਰ ਦਿੱਤਾ? ਫਿਰ ਸਾਹਿਬ ਕਹਿੰਦੇ ਧਰਮ ਹੇਤ ਸਾਕਾ ਜਿਨੇ, ਧਰਮ ਲਈ। ਹੁਣ ਸਾਨੂੰ ਇਹ ਵੀ ਨਹੀਂ ਸਮਝ ਹੈਗੀ ਕਿ ਧਰਮ ਕੀ ਹੈ। ਮਾਫ ਕਰਨਾ, ਮੈਂ ਨਾਲ ਮਾਫੀ ਮੰਗ ਰਿਹਾ। ਸੰਸਾਰ ਵਿੱਚ ਐਸੇ ਪਰਿਵਰਤ ਹੋ ਗਿਆ ਸੀ ਕਿ ਗੁਰੂ ਨੇ ਸਾਡੇ ਅੰਦਰ, ਸਿੱਖ ਦੇ ਅੰਦਰ ਕੁੱਟ-ਕੁੱਟ ਕੇ ਭਰਿਆ ਸੀ। ਅੱਜ ਬਿਲਕੁਲ ਹੀ ਅਸੀਂ ਖਾਲੀ ਹਾਂ। ਮੈਂ ਤੇ ਇਹੀ ਸਮਝਦਾ, ਮੈਂ ਖਾਲੀ ਹਾਂ, ਤੁਹਾਡਾ ਮੈਨੂੰ ਨਹੀਂ ਪਤਾ। ਸਤਸੰਗ ਵਿੱਚ ਹਰ ਬੰਦੇ ਨੂੰ ਆਪਣਾ ਪਤਾ। ਅਸੀਂ ਧਰਮ ਕਿਹਨੂੰ ਮੰਨਦੇ ਹਾਂ? ਕਿਸੇ ਨੂੰ ਕਹੇ ਤੇਰਾ ਧਰਮ ਕੀ ਹੈ, ਉਹ ਇੱਕਦਮ ਕਹੇਗਾ ਮੇਰਾ ਸਿੱਖ ਧਰਮ, ਦੂਜਾ ਕਹੇਗਾ ਮੇਰਾ ਹਿੰਦੂ ਧਰਮ, ਤੀਜਾ ਕਹੇਗਾ ਈਸਾਈ। ਆਪ ਬਹੁਤ ਹੀ ਪੜ੍ਹੇ ਲਿਖੇ, ਮੇਰੇ ਨਾਲੋਂ ਤੇ ਬਹੁਤ ਹੀ ਵਿਦਵਾਨ ਸੱਜਣ ਬੈਠੇ ਹੋ ਤੁਸੀਂ। ਮੈਂ ਨਾ ਪੜ੍ਹਿਆ ਲਿਖਿਆ ਨਹੀਂ। ਜਰਾ ਧਿਆਨ ਮਾਰ ਕੇ ਦੇਖੋ ਹਿਸਟਰੀ ਨੂੰ ਪੜ੍ਹ ਕੇ, ਤੇ ਸਾਰੀਆਂ ਕੌਮਾਂ ਨੇ। ਇਹ ਕੋਈ ਧਰਮ ਥੋੜੀ ਹੈ ਕਿ ਧਰਮ ਹੈ ਜੀ। ਸੋਚਣਾ ਚਾਹੀਦਾ। ਜੇ ਮੈਂ ਗਲਤ ਹਾਂ ਤੇ ਮੈਨੂੰ ਕਹਿ ਦੇਣਾ ਵੀ ਤੁਸੀਂ ਭਾਈ ਸਾਹਿਬ ਗਲਤ ਹੋ, ਅਸੀਂ ਤੇ ਸਿੱਖ ਧਰਮ ਹੈ। ਸਿੱਖ ਤੇ ਕੌਮ ਹੈ, ਹਿੰਦੂ ਵੀ ਕੌਮ ਹੈ, ਮੁਸਲਮਾਨ ਵੀ ਕੌਮ ਹੈ, ਇਹ ਸਾਰੀਆਂ ਹੀ ਕੌਮਾਂ ਨੇ।
ਇਹਦਾ ਮਤਲਬ ਧਰਮ ਕੁਝ ਹੋਰ ਹੈ, ਧਰਮ ਕੁਝ ਹੋਰ ਹੈ। ਕਦੇ ਕੀਤਾ ਹੀ ਯਤਨ ਜੀ? ਕਿਉਂਕਿ ਸਾਡੇ ਕੋਲ ਸਮਾਂ ਹੀ ਨਹੀਂ ਹੈ, ਮਾਫ ਕਰਨਾ, ਸਮਾਂ ਨਹੀਂ ਆ ਰਿਹਾ। ਜੋ ਕਿਸੇ ਨੇ ਲਿਖ ਦਿੱਤਾ ਪੜ੍ਹ ਲਿਆ, ਹਾਂ, ਕਿੰਤੂ ਪਰੰਤੂ ਕਰਨ ਲਈ ਸਾਡੇ ਕੋਲ ਬੜਾ ਵਕਤ ਹੁੰਦਾ ਹੈ। ਮੇਰੀ ਇੱਕ ਬੇਨਤੀ ਸੁਣ ਲਓ, ਮੈਂ ਸਮਾਪਤੀ ਕਰਨ ਲੱਗਾ। ਧਰਮ ਦੀ ਉਤਪਤੀ ਕਿੱਥੋਂ ਹੁੰਦੀ ਹੈ, ਪੈਦਾ ਕਿੱਥੋਂ ਹੁੰਦਾ ਹੈ? ਇਹ ਮੈਂ ਪਹਿਲਾਂ ਵੈਸੇ ਰੂਟੀਨ ਦੇ ਦੀਵਾਨਾਂ ਵਿੱਚ ਕਹਿ ਚੁੱਕਾ, ਇੱਧਰੋਂ ਆਵਾਜ਼ ਆ ਰਹੀ ਹੈ, ਪਰ ਅੱਜ ਕਹਿਣਾ ਬੜਾ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਵਿਸ਼ਾਲ ਇਕੱਠ ਹੈ ਸਾਰੇ, ਮੇਰੀ ਬੇਨਤੀ ਤੁਹਾਡੇ ਚਰਨਾਂ ਵਿੱਚ। ਸਨਾਤਨ ਧਰਮ ਦੇ ਲੋਕ ਇਹ ਕਹਿ ਰਹੇ ਸਨ ਕਿ ਇਹ ਜਿਹੜੀ ਧਰਤੀ ਹੈ ਨਾ, ਉਹ ਬਲਦ ਦੇ ਸਿੰਘਾਂ ਉੱਤੇ ਟਿਕੀ ਹੈ। ਇਹੀ ਹੈ ਜੀ ਉਦਾਹਰਣ, ਇਹ ਧਰਤੀ। ਪਰ ਜਿਹਦੇ ਅਸੀਂ ਮੁਰੀਦ ਸਿੱਖਾਂ, ਬਾਬਾ ਕਹਿੰਦਾ ਉਹ ਇਸ ਦੁਨੀਆ ਦੇ ਲੋਕੋ, ਇਹ ਇੱਕ ਧਰਤੀ ਨਹੀਂ ਹੈ, ਪਾਤਾਲਾਂ ਪਾਤਾਲ, ਇਹ ਤੇ ਲੱਖਾਂ ਹੀ ਨੇ। ਓਏ ਗਾਂ ਦਾ ਜਾਇਆ ਕਿਵੇਂ ਚੁੱਕ ਲੇਗਾ ਇੰਨਾ ਭਾਰ? ਇੱਕ ਦਾ ਵੀ ਨਹੀਂ ਚੁੱਕ ਸਕਦਾ। ਚਲੋ ਮੈਂ ਮੰਨਦਾ ਉਹ ਬਲਦ ਹੈ, ਪਰ ਮੈਂ ਮੰਨਣ ਲਈ ਤਿਆਰ ਨਹੀਂ ਹੈ ਕਿ ਉਹਨੂੰ ਗਾਂ ਨੇ ਜਨਮ ਦਿੱਤਾ। ਜਪਜੀ ਸਾਹਿਬ ਰੋਜ਼ ਪੜ੍ਹਦੇ ਆ ਨਾ ਆਪਾਂ। ਗੁਰੂ ਨਾਨਕ ਸਾਹਿਬ ਨੇ ਖੰਡਨ ਕੀਤਾ ਕਿ ਮੈਂ ਇਹ ਮੰਨਣ ਲਈ ਕਦਾਪੀ ਤਿਆਰ ਨਹੀਂ ਹਾਂ ਕਿ ਉਹ ਗਾਂ ਦਾ ਜੰਮਿਆ ਪੁੱਤਰ ਹੋਵੇ ਬਲਦ ਜਿਹਨੇ ਧਰਤੀ ਉਠਾਈ। ਇਹ ਧਰਤੀਆਂ ਤੇ ਲੱਖਾਂ ਹੀ ਨੇ, ਪਤਾਲ ਵੀ। ਹੁਣ ਗੁਰੂ ਸਾਹਿਬ ਗੁਰੂ ਨਾਨਕ ਤੇ ਇਹੀ ਕਹਿ ਰਹੇ ਨੇ, ਪਾਤਾਲਾਂ ਪਾਤਾ ਲੱਖ, ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ। ਪਤਾਲਾਂ ਤੇ ਆਕਾਸ਼ਾਂ ਦੀ ਗਿਣਤੀ ਲੱਖਾਂ ਹੀ ਹੈ, ਇਹਦਾ ਅੰਤ ਕੋਈ ਨਹੀਂ ਲੱਭ ਸਕਦਾ, ਕੋਈ ਵੀ ਨਹੀਂ ਪਾ ਸਕਿਆ, ਨਾ ਲੱਭ ਸਕਿਆ। ਫਿਰ ਹੁਣ ਕੀ ਕਹੀਏ ਕਿ ਗਾਂ ਦੇ ਬੇਟੇ ਨੇ, ਗਾਂ ਦੇ ਪੁੱਤਰ ਨੇ, ਗਾਂ ਦੇ ਜਣੇ ਨੇ ਇਹਨੂੰ ਚੱਕਿਆ? ਸਾਹਿਬ ਕਹਿੰਦੇ ਨਹੀਂ, ਹਾਂ ਉਹ ਬਲਦ ਹੈ। ਸਾਹਿਬ ਕਹਿੰਦੇ ਬਲਦ ਹੈ, ਪਰ ਬਲਦ ਉਹ ਨਹੀਂ ਜਿਹੜਾ ਤੁਸੀਂ ਕਹਿ ਰਹੇ ਹੋ ਤੇ ਬਿਆਨ ਕਰ ਰਹੇ ਹੋ, ਸੁਣਾ ਰਹੇ ਹੋ। ਉਹ ਬਲਦ ਪਤਾ ਕੀ ਹੈ? ਧੌਲ, ਚਿੱਟਾ, ਬਿਲਕੁਲ ਸਫੈਦ, ਜਿਹਨੂੰ ਕੋਈ ਦਾਗ ਨਹੀਂ ਹੈ। ਉਹ ਹੈ ਧਰਮ। ਕੀ ਹੈ ਜੀ? ਮੈਂ ਤੁਹਾਨੂੰ ਨਾਲ ਲੈ ਕੇ ਬਾਣੀ ਦੇ ਇਹ ਲਕਬ ਕਹਿਣ ਦਾ ਯਤਨ ਕਰਨਾ ਹੈ। ਧੌਲ ਅੱਗੇ ਕੀ ਹੈ ਜੀ? ਧਰਮ। ਚਲੋ ਧਰਮ ਜਿਹੜਾ ਚਿੱਟਾ ਹੈ, ਸਫੈਦ ਹੈ, ਕੋਈ ਦਾਗ ਨਹੀਂ, ਇਹਨੂੰ ਬਲਦ ਸਮਝ ਲਓ ਧਰਮ ਨੂੰ। ਐਸਾ ਗੁਰੂ ਨਾਨਕ ਸਾਹਿਬ ਬਚਨ ਕਰ। ਇਹ ਪੁੱਤਰ ਕਿਹਦਾ ਹੈ? ਪੜੋ ਸਾਧ ਸੰਗਤ ਜੀ, ਧੌਲ ਧਰਮ, ਸਾਰੇ ਪੜੋ ਇੱਕ ਵਾਰੀ, ਭੁੱਲੇ ਹੀ ਨਾ। ਧੌਲ ਧਰਮ ਕਿਹਦਾ ਪੁੱਤਰ ਹੈ ਜੀ? ਦਇਆ। ਹੁਣ ਜਨੇਊ ਦੀ ਗੱਲ ਆਪਾਂ ਕਰ ਰਹੇ ਸੀ। ਗੁਰੂ ਤੇਗ ਬਹਾਦਰ ਸਾਹਿਬ ਦਾ ਜਨੇਊ ਨਾਲ ਤੇ ਤਿਲਕ ਨਾਲ ਕੋਈ ਲੈਣ ਦੇਣ? ਬਾਬੇ ਨੇ ਉਦੋਂ ਵੀ ਕਿਹਾ ਸੀ ਪੰਡਤ ਹਰਦਿਆਲ ਨੂੰ ਕਿ ਮੈਂ ਜਨੇਊ ਪਾਉਣ ਲਈ ਤਿਆਰ ਹਾਂ। ਐ ਨਹੀਂ ਕਿ ਮੈਂ ਨਹੀਂ ਪਾਣਾ, ਇਹ ਬਿਲਕੁਲ ਅਸੀਂ ਵਾਧੂ ਗੱਲ ਕਰਦੇ ਹਾਂ। ਬਾਬੇ ਨੇ ਕਿਹਾ ਸੀ ਕਿ ਮੈਂ ਪਾਉਣ ਲਈ ਤਿਆਰ ਹਾਂ, ਪਰ ਕੁਝ ਐਸਾ ਪਾ ਜਿਹੜਾ ਜਿੰਦ ਨਾਲ ਨਿਭ ਸਕੇ। ਇਹ ਜਨੇਊ ਜੀ ਕਾ ਤਾਂ ਹੀ ਕਿਹਾ ਸੀ। ਜੇ ਤੇਰੇ ਕੋਲ ਆਏਗਾ ਤਾਂ ਪਾ ਦੇ, ਘੱਤ ਦੇ। ਪਰ ਹੋਇਆ ਕੀ ਹੈ? ਸੋਚਾਂ ਚ ਪੈ ਗਏ ਅਸੀਂ ਪੰਡਤ। ਉਹ ਪਤਾ ਕੀ ਸੀ ਜੀ? ਦਇਆ ਦੀ ਕਪਾਹ, ਗੁਣਾ ਦਾ ਜਨੇਊ। ਦੇਖੋ ਧਰਮ ਕੀ ਹੈ, ਇਹਦੇ ਵਿੱਚੋਂ ਹੀ ਧਰਮ ਲੱਭਣਾ ਤੁਹਾਨੂੰ। ਆ ਜਿਹੜੀਆਂ ਗੁਣਾਂ ਦੀਆਂ ਗੱਲਾਂ ਗੁਰੂ ਨਾਨਕ ਸਾਹਿਬ ਨੇ ਖੁਦ ਉਚਾਰਨ ਕੀਤੀਆਂ, ਇਹਦੇ ਵਿੱਚ ਹੀ ਧਰਮ ਹੈ, ਜੇ ਸਮਝ ਵਿੱਚ ਆ ਜਾਏ। ਦਇਆ ਦੀ ਕਪਾਹ। ਹੁਣ ਅਸੀਂ ਤੇ ਉਹੀ ਕਪਾਹ ਦੇਖੀਏ ਜਿਹੜਾ ਕਿਸਾਨ ਖੇਤਾਂ ਵਿੱਚ ਉਗਾਉਂਦਾ। ਸਾਡੀ ਜਾਣੇ ਬਲਾ ਦਇਆ ਦੀ ਕਪਾਹ ਕਿਹੜੀ ਹੁੰਦੀ ਹੈ ਤੇ ਮਿਲਦੀ ਕਿੱਥੋਂ ਹੈ? ਜਿੰਨਾ ਚਿਰ ਦਇਆ ਨਹੀਂ ਹੋਏਗੀ, ਧਰਮ ਨੇ ਕੋਈ ਜਨਮ ਨਹੀਂ ਲੈਣਾ। ਦਇਆ ਕੀ ਹੈ? ਹੁਣੇ ਆਪਾਂ ਵਿਚਾਰ ਕੀਤੀ ਕੀ ਹੈ ਜੀ? ਦਇਆ ਮਾਂ ਹੈ। ਇਸ ਮਾਂ ਦਾ ਪੁੱਤਰ ਕੌਣ ਹੈ? ਧਰਮ।
ਤੇ ਅਸੀਂ ਬਿਨਾਂ ਮਾਂ ਤੋਂ ਹੀ ਧਰਮ ਨੂੰ ਪੈਦਾ ਕਰਨ ਦੇ ਵਿੱਚ ਸਾਰੇ ਲੱਗੇ ਹੋਏ। ਦਇਆ ਕੋਈ ਨਹੀਂ ਸਾਡੇ ਵਿੱਚ। ਦਇਆ ਨਾਮ ਦੀ ਚੀਜ਼ ਸਾਡੇ ਅੰਦਰ ਨਹੀਂ ਆ ਤੇ ਕਈ ਜਾ ਰਹੇ ਆ ਧਰਮੀ ਬਣਨ ਦਾ ਐਵੇਂ ਢੋਂਗ ਹੀ ਰਚਿਆ ਹੋਇਆ। ਮੈਂ ਆਪਣੇ ਆਪ ਨੂੰ ਕਹਿ ਰਿਹਾ, ਮੈਂ ਤੁਹਾਨੂੰ ਨਹੀਂ ਕਹਿ ਰਿਹਾ। ਤੇ ਕੀ ਇਹ ਬਹੁਤ ਵਧੀਆ ਕੰਮ ਕਰ ਰਹੇ ਅਸੀਂ। ਮਾਂ ਹੈ ਨਹੀਂ, ਪੁੱਤਰ ਜਨਮ ਦਾ, ਪੁੱਤਰ ਜੰਮ ਜਾਵੇ ਇਹਦਾ ਯਤਨ ਪੇ ਕਰਦੇ ਆ। ਹੁਣ ਗੁਰੂ ਸਾਹਿਬ ਬਚਨ ਕਰਦੇ ਨੇ ਕਿ ਮਾਂ ਤੇ ਬਾਪ ਤੋਂ ਬਿਨਾ ਬੱਚਾ ਜੰਮ ਹੀ ਨਹੀਂ ਸਕਦਾ। ਜੈਸੇ ਮਾਤ ਪਿਤਾ ਬਿਨ ਬਾਲ ਨਹੀਂ ਹੋ ਸਕਦਾ। ਹਾਂ, ਉਤਾਨਕਾ ਸੁਣਦੇ ਆ ਫਲਾਣੇ ਰਿਸ਼ੀ ਨੇ ਘਾਹ ਫੂਸ ਇਕੱਠਾ ਕੀਤਾ ਤੇ ਉਹਨੇ ਘਾਹ ਫੂਸ ਤੋਂ ਬੱਚਾ ਬਣਾ ਦਿੱਤਾ। ਪਰ ਮੇਰਾ ਬਾਬਾ ਇਹ ਕਹਿੰਦਾ ਨਾ ਭਾਈ, ਜੈਸੇ ਮਾਤ ਪਿਤਾ ਬਿਨ, ਇਹਨਾਂ ਦੇ ਮੇਲ ਤੋਂ ਬਿਨਾ ਬੱਚਾ ਜਨਮ ਨਹੀਂ ਲੈ ਸਕਦਾ। ਤਾਂ ਕਿਵੇਂ ਮੰਨੀਏ ਕਿ ਘਾਹ ਫੂਸ ਤੋਂ ਬੱਚਾ ਬਣ ਗਿਆ? ਕਿਸ ਤਰ੍ਹਾਂ ਮੰਨਾਂਗੇ? ਹੁਣ ਬਾਬਾ ਕਹਿਣ ਲੱਗਾ ਦਇਆ ਦੀ ਕਪਾਹ ਹੋਵੇ, ਸੰਤੋਖ ਦਾ ਸੂਤ ਹੋਵੇ, ਜੱਤ ਦੀਆਂ ਗੰਢਾਂ ਹੋਣ, ਸੱਤ ਦਾ ਵੱਟ ਚਾੜਿਆ ਹੋਵੇ। ਦਇਆ ਕਪਾਹ ਸੰਤੋਖ ਸੂਤ, ਜੱਤ ਗੰਢੀ ਸੱਤ ਵੱਟ, ਇਹ ਜਣਿਓ ਜੀ ਕਾ। ਇਹ ਸਰੀਰ ਦਾ ਨਹੀਂ ਹੈ ਜੀ। ਇਹ ਕਿਹਦਾ ਜਣਿਓ ਜੀ? ਜਿਹੜਾ ਗੁਰੂ ਨਾਨਕ ਸਾਹਿਬ ਦੱਸ ਰਹੇ ਨੇ, ਜੀ ਕਾ, ਜਿੰਦ ਦਾ। ਇਹ ਜਿਹੜੀ ਸਰੀਰ ਅੰਦਰ ਜਾਣ ਹੈ, ਹਰ ਆ ਦੇਖੋ ਜਿੰਦ ਆਈ ਕਿੱਥੋਂ, ਇਹ ਵੀ ਸੁਣ ਲਓ। ਹਰ ਜੀਓ ਗੁਫਾ ਅੰਦਰ ਰੱਖ ਕੇ, ਹਰ ਤੇ ਰੁਕਣਾ ਹੈ। ਹਰ ਦਾ ਮਤਲਬ ਪਰਮਾਤਮਾ ਨੇ, ਜੀਓ ਦਾ ਮਤਲਬ ਹੈ ਜਿੰਦ। ਮੈਂ ਕਹਿ ਹੀ ਦੇਣਾ, ਮਾਂ ਦੇ ਉਦਰ ਵਿੱਚ, ਪੇਟ ਵਿੱਚ ਸਰੀਰ ਰੂਪੀ ਗੁਫਾ ਜਦੋਂ ਤਿਆਰ ਹੋ ਜਾਂਦੀ ਹੈ ਨਾ, ਪਰਮਾਤਮਾ ਉਸ ਤੋਂ ਬਾਅਦ ਜਿੰਦ ਟਿਕਾਉਂਦਾ। ਜਿੰਦ ਮਾਂ ਨਹੀਂ ਪਾਉਂਦੀ, ਜਿੰਦ ਬਾਪੂ ਨਹੀਂ ਟਿਕਾਉਂਦਾ। ਜਿੰਦ ਕਿੰਨੇ ਪਾਈ ਜੀ? ਉਚਾਰਨ ਕਰੋ ਸਾਰੇ। ਹਰ ਪਰਮਾਤਮਾ, ਹਰ ਜੀਓ ਗੁਫਾ ਅੰਦਰ ਰੱਖ ਕੇ ਫਿਰ ਉਹਨੇ ਜਿੰਦ ਤੇ ਰੱਖ ਦਿੱਤੀ। ਇੱਕ ਕੰਮ ਹੋਰ ਕੀਤਾ ਉਹਨੇ। ਕੀ ਕੀਤਾ? ਵਾਜਾ, ਆ ਜਿਹੜਾ ਸਾਹ ਲੈ ਰਹੇ ਆ ਇਹ ਵੀ ਉਹਨੇ ਵਾਜਾ ਵਜਾਇਆ। ਆਵਾਜ਼ਾਂ ਵੱਜ ਰਿਹਾ ਨਾ, ਸਾਹ ਲੈ ਰਹੇ ਆ ਅੰਦਰ ਬਾਹਰ, ਇਹ ਵੀ ਵਾਜੇ ਵੱਜਦੇ ਨੇ। ਜਦੋਂ ਹਵਾ ਦਈਏ ਤਾਂ ਹੀ ਉਹਦੇ ਵਿੱਚੋਂ ਨਾਦ ਪ੍ਰਗਟ ਹੁੰਦਾ ਹੈ। ਹਵਾ ਦੇਣੀ ਬੰਦ ਕਰ ਦਿਓ ਤੇ ਵਾਜੇ ਵਿੱਚੋਂ ਰਾਗ ਵੀ ਨਹੀਂ ਨਿਕਲਦਾ। ਆ ਵੀ ਹਵਾ ਬੰਦ ਹੋ ਗਈ ਤੇ ਸੁੰਨ ਹੋ ਜਾਣਾ ਸਰੀਰ। ਗੁਰੂ ਕੇ ਪਿਆਰਿਓ, ਇਹੀ ਜ਼ਿੰਦਗੀ ਦੀ ਸੱਚਾਈ ਹੈ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਏ, ਜਿੰਦ ਰੱਖੀਓ। ਵਾਹਿਗੁਰੂ ਨੇ, ਪਰਮਾਤਮਾ ਨੇ। ਤੇ ਜਦੋਂ ਉਹਨੇ ਜਿੰਦ ਰੱਖ ਦਿੱਤੀ, ਜੀਓ ਪਾ ਕੇ ਪਿੰਡ ਵੀ ਉਹਨੇ ਹੀ ਸਾਜਿਆ। ਇਹ ਵੀ ਮਾਨ ਨਾ ਕਰ ਬੈਠੇ ਕੋਈ ਮਾਂ-ਬਾਪ ਕਿ ਇਹ ਪਿੰਡ ਦੀ ਸਿਰਜਣਾ ਮੈਂ ਕੀਤੀ ਹੈ। ਸਾਹਿਬ ਕਹਿੰਦੇ ਨਹੀਂ, ਪੰਜਵੇਂ ਪਾਤਸ਼ਾਹ ਦਾ ਵਚਨ ਹੈ, ਜਿੰਦ ਪਾ ਕੇ ਪਿੰਡੇ ਦੀ ਸਿਰਜਣਾ ਉਹਨੇ ਕੀਤੀ ਹੈ। ਹੋਰ ਦੇਖ, ਜਿਹੜੀ ਚਿੰਤਾ ਚ ਅਸੀਂ ਐਵੇਂ ਤੁਰੇ ਫਿਰਦੇ ਆ, ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ। ਆ ਜਿੰਨੇ ਕੱਪੜੇ ਪਹਿਨ ਰਹੇ ਆ ਤੇ ਭੋਜਨ ਖਾ ਰਹੇ ਆ ਨਾ, ਖੁਰਾਕ ਤੇ ਪੁਸ਼ਾਕ ਦਾ ਪ੍ਰਬੰਧ ਉਹਨੇ ਕੀਤਾ ਹੋਇਆ। ਸਾਨੂੰ ਸਮਝ ਨਹੀਂ ਆ ਸਕੀ ਜ਼ਿੰਦਗੀ। ਬਾਬੇ ਨੇ ਵੀ ਇਹ ਬਚਨ ਕਰ ਦਿੱਤਾ ਕਿ ਭਾਈ ਦਇਆ ਦੀ ਕਪਾਹ ਹੋਵੇ, ਸੰਤੋਖ ਦਾ ਸੂਤ ਹੋਵੇ, ਜੱਤ ਦੀਆਂ ਗੰਢਾਂ ਹੋਣ, ਸੱਤ ਦਾ ਵੱਟ ਚਾੜਿਆ ਹੋਵੇ। ਆ ਮੇਰੀ ਜਿੰਦ ਦਾ ਜਿਣਿਓ, ਇਹਨੂੰ ਧਰਮ ਕਹਿੰਦੇ ਜੀ। ਇਹੀ ਧਰਮ, ਦਇਆ। ਕਿਉਂਕਿ ਦਇਆ ਤੋਂ ਕੀ ਜੰਮੇਗਾ? ਧਰਮ। ਮੇਰੀ ਨਿਮਰਤਾ ਸਹਿਤ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ। ਮੈਂ ਕੁਝ ਐਸੇ ਬੋਲ ਕਹੇ ਨੇ, ਹੋ ਸਕਦਾ ਵੈਸੇ ਮੈਂ ਬਾਣੀ ਤੋਂ ਬਾਹਰ ਜਾਣ ਦਾ ਯਤਨ ਤੇ ਕੋਈ ਨਹੀਂ ਕੀਤਾ। ਆਪ ਨੂੰ ਮਹਿਸੂਸ ਹੋਵੇ ਕਿ ਇਹ ਲਫ਼ਜ਼ ਗਲਤ ਨੇ ਤਾਂ ਮੈਂ ਸਾਰੇ ਦੇ ਸਾਰੇ ਆਪਣੇ ਵਾਪਸ ਲੈ, ਕਿਉਂਕਿ ਮੈਂ ਤੇ ਗੁਰੂ ਦੀ ਗੱਲ ਕਹਿਣ ਦਾ ਯਤਨ ਕੀਤਾ, ਸਿਰਫ ਗੁਰੂ ਦੀ। ਫਿਰ ਵੀ ਜੇ ਕਿਸੇ ਦੇ ਮਨ ਨੂੰ ਉੱਠੇ, ਕਿਉਂਕਿ ਦੁਨੀਆ ਵਿੱਚ ਸਭ ਤੋਂ ਵੱਡਾ ਪਾਪ ਹੀ ਬਾਣੀ ਕਹਿੰਦੀ ਹੈ ਕਿਸੇ ਦਾ ਦਿਲ ਦੁਖਾਉਣਾ। ਇਦੋਂ ਵੱਡਾ ਕੋਈ ਪਾਪ ਨਹੀਂ ਹੁੰਦਾ।
ਆ ਜਿਹੜੇ ਪਾਪ ਪੁੰਨ ਚ ਅਸੀਂ ਪਏ ਆ ਨਾ, ਉਹ ਕੋਈ ਪਾਪ ਪੁੰਨ ਨਹੀਂ ਹੈਗਾ, ਉਹਨੂੰ ਕੋਈ ਪਾਪ ਨਹੀਂ ਸਮਝਿਆ ਗਿਆ ਬਾਣੀ ਗੁਰਮਤ ਵਿੱਚ। ਸਭ ਤੋਂ ਵੱਡਾ ਗੁਨਾਹ ਤੇ ਪਾਪ ਹੈ ਕਿਸੇ ਦਾ ਦਿਲ ਦੁਖਾਣਾ। ਤੇ ਮੇਰੇ ਬੋਲਣ ਨਾਲ ਜੇ ਕਿਸੇ ਦਾ ਕੋਈ ਦਿਲ ਦੁਖਿਆ ਹੋਵੇ ਤੇ ਮੈਂ ਖਿਮਾ ਦਾ ਜਾਚਕ ਹਾਂ। ਵੈਸੇ ਫਿਰ ਦੁਹਰਾ ਦੇਵਾਂ, ਮੈਂ ਗੁਰਮਤ ਤੋਂ ਬਾਹਰ ਜਾਣ ਦਾ ਕੋਈ ਹੀਲਾ ਵਸੀਲਾ ਨਹੀਂ ਕੀਤਾ। ਆਓ ਗੁਰਮਤ ਨਾਲ ਜੁੜੀਏ। ਅੱਜ ਲੋੜ ਹੈ, ਅੱਜ ਬਹੁਤ ਲੋੜ ਹੈ, ਬਾਣੀ ਨਾਲ ਜੁੜੀਏ। ਕਿਉਂ? ਕਿਉਂਕਿ ਬਾਣੀ ਸ਼ਬਦ ਸਾਡਾ ਗੁਰੂ ਹੈ। ਇਹ ਜਿਹੜੀਆਂ ਅਸੀਂ ਲੋਕ ਕਹਾਣੀਆਂ ਸੁਣਾਉਂਦੇ ਹਾਂ, ਕਹਾਣੀ ਗੁਰੂ ਨਹੀਂ ਹੈ। ਕਿਤੇ ਲਿਖਿਆ ਕਹਾਣੀ ਗੁਰੂ ਹੈ? ਇਹੀ ਲਿਖਿਆ ਨਾ, ਬਾਣੀ ਗੁਰੂ। ਬਾਣੀ ਨਾਲ ਜੁੜੇ, ਵਕਤੇ ਨਾਲ ਵੀ ਨਹੀਂ ਜੁੜਨਾ, ਨਾ ਸਰੀਰ ਨਾਲ ਜੁੜਨਾ, ਸਰੀਰ ਨਾਲ ਤੇ ਬਿਲਕੁਲ ਨਹੀਂ ਜੁੜਨਾ। ਅਸੀਂ ਵਕਤਿਆਂ ਨਾਲ ਜੁੜ ਜਾਂਦੇ, ਵਕਤਿਆਂ ਨਾਲ ਵੀ ਨਹੀਂ ਜੁੜਨਾ। ਜੁੜਨਾ ਤੇ ਕੇਵਲ ਗੁਰੂ ਦੇ ਸ਼ਬਦ ਨਾਲ, ਗੁਰਬਾਣੀ। ਗੁਰਬਾਣੀ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਇਦਾਂ ਮੰਨ ਲਈਏ, ਜਿਵੇਂ ਮੈਂ ਪਹਿਲਾਂ ਉਦਾਹਰਣ ਕੀਤੀ ਹੈ, ਮੱਛੀ ਦਾ ਜੀਵਨ ਪਾਣੀ ਹੈ ਤੇ ਸਿੱਖ ਦਾ ਜੀਵਨ ਬਾਣੀ ਹੋ ਜਾਏ। ਇਹ ਜਿਹੜੇ ਭਰਮ ਪਾਏ ਗਏ ਨਾ ਵਿਰੋਧੀ ਲੋਕਾਂ ਵੱਲੋਂ, ਉਹਨਾਂ ਨੂੰ ਸਮਝਣ ਦਾ ਯਤਨ ਕਰੀਏ। ਗੁਰੂ ਹਿੰਦ ਦੀ ਚਾਦਰ, ਫਿਰ ਦੁਹਰਾ ਲਓ, ਗੁਰੂ ਹਿੰਦ ਦੀ ਚਾਦਰ ਨਹੀਂ, ਉਹ ਕੀ ਨੇ ਜੀ? ਧਰਮ ਦੀ ਚਾਦਰ। ਧਰਮ ਦੀ ਚਾਦਰ, ਕਿਉਂਕਿ ਧਰਮ ਸਰਬ ਵਿਆਪਕ ਹੈ। ਧਰਮ ਦਾ ਜਨਮ ਜਿਹੜਾ ਦਇਆ ਤੋਂ ਹੁੰਦਾ ਹੈ, ਦਇਆ ਤੋਂ। ਜਿੱਥੇ ਵੀ ਜਾਓ ਇਹ ਦਇਆ ਤੋਂ ਜੰਮਿਆ ਧਰਮ ਤੁਹਾਡੇ ਨਾਲ ਹੀ। ਭੁੱਲਾਂ ਚੁੱਕਾਂ ਦੀ ਖਿਮਾ, ਸਮੇਂ ਦੀ ਸੰਪੂਰਨਤਾ। ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ।